ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸੁਰਜੀਤ ਸਿੰਘ ਝਬੇਲ ਵਾਲੀ ਤੇ ਨਾਲ ਅੰਮ੍ਰਿਤਪਾਲ ਸਿੰਘ ਜੀ ਢਿੱਲੋਂ ਸਾਡੇ ਨਾਲ ਗੱਲਬਾਤ ਕਰਨਗੇ ਤੇ ਇਹ ਗੱਲਬਾਤ ਬਹੁਤ ਵਧੀਆ ਹੋਏਗੀ। ਇਹਨਾਂ ਕੋਲ ਖਜ਼ਾਨਾ ਹੀ ਇੰਨਾ ਹੈ ਕਿ ਸਾਡਾ ਸਮਾਂ ਜਿਹੜਾ ਥੋੜਾ ਹੈ ਪਰ ਖਜ਼ਾਨਾ ਇਹਨਾਂ ਕੋਲ ਨਹੀਂ ਮੁੱਕਣਾ। ਢਿੱਲੋਂ ਸਾਹਿਬ ਤੁਹਾਨੂੰ ਤੇ ਸੁਰਜੀਤ ਸਿੰਘ ਸਾਹਿਬ ਤੁਹਾਨੂੰ ਦੋਨਾਂ ਨੂੰ ਸਾਂਝਾ ਪੰਜਾਬ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ। ਬਾਬ ਸਾਹਿਬ ਅੱਜ ਜਿਹੜਾ ਪ੍ਰੋਗਰਾਮ ਹੈ ਨਾ ਜੀ, ਮੈਂ ਕਹਿੰਦਾ ਅਸੀਂ ਵੱਡ ਭਾਗੀ ਹਾਂ, ਕਰਮ ਵਾਲੇ ਹਾਂ ਅਸੀਂ ਕਿ ਸਾਡੇ ਕੋਲ ਮੇਰੇ ਖਿਆਲ 'ਚ ਪਿਛਲੇ 100 ਸਾਲ ਦੀ ਇੱਕ ਇਤਿਹਾਸਕ ਕੜੀ ਹੈ ਜਿਹਦੇ 'ਚ ਅਸੀਂ ਕਿਸੇ ਸਮੇਂ ਸਰਦਾਰ ਭਗਤ ਸਿੰਘ ਹੋਰਾਂ ਦੀ ਮਾਤਾ ਨੂੰ ਪੰਜਾਬ ਮਾਤਾ, ਕੋਈ ਹਿੰਦੁਸਤਾਨ ਮਾਤਾ, ਕੋਈ ਸੰਸਾਰ ਮਾਤਾ ਕਹਿੰਦੇ ਸੀ ਜੀ। ਉਹ ਮਾਤਾ ਜੀ ਤੋਂ ਲੈ ਕੇ ਵਿਦਿਆਵਤੀ ਮਾਤਾ ਤੋਂ ਲੈ ਕੇ ਤੇ ਬੀਬੀ ਪ੍ਰਕਾਸ਼ ਕੌਰ, ਸਰਦਾਰ ਕੁਲਤਾਰ ਸਿੰਘ ਜਿਹੜੇ ਛੋਟੇ ਭਾਈ ਸੀ ਸਰਦਾਰ ਭਗਤ ਸਿੰਘ ਹੋਰਾਂ ਤੋਂ, ਜਿਨ੍ਹਾਂ ਦੇ ਕੋਲੇ ਭਗਤ ਸਿੰਘ ਹੋਰਾਂ ਦੀਆਂ ਬਚਪਨ ਦੀਆਂ ਯਾਦਾਂ ਸਾਂਭੀਆਂ ਸੀ। ਔਰ ਉਹ ਸਾਰੇ ਪਰਿਵਾਰ ਦੇ ਕੋਲੇ ਨਾ ਇੱਕ ਸਾਰਾ ਪਰਿਵਾਰ ਕ੍ਰਾਂਤੀਕਾਰੀ ਸੀ, ਸਾਰਾ ਪਰਿਵਾਰ ਕੁਰਬਾਨੀ ਵਾਲਾ ਸੀ। ਮੈਂ ਕਹਿੰਦਾ ਜੀ ਦਾਦਾ ਭਾਈ ਨਰੋਜੀ ਔਰ ਲੋਕਮਾਨਿਆ ਤਿਲਕ, ਅਰਬਿੰਦੋ ਘੋਸ਼, ਤੁਸੀਂ ਕਿਸੇ ਵੱਡੇ ਕ੍ਰਾਂਤੀਕਾਰੀ ਦਾ ਨਾਂ ਲੈ ਲਓ, ਕੌਣ ਹੈ ਜਿਹੜਾ ਉਸ ਪਰਿਵਾਰ ਨਾਲ ਨਿੱਜੀ ਸਾਂਝ ਨਹੀਂ ਸੀ ਰੱਖਦਾ? ਅੱਜ ਪਗੜੀ ਸੰਭਾਲ ਜੱਟਾਂ ਦੀ ਗੱਲ ਕਰਦੇ ਹਾਂ 1907 ਦੇ ਵਿੱਚ। ਉਹ ਸਾਰੀਆਂ ਜਿਹੜੀਆਂ ਸਾਰੀਆਂ ਸਿਮਰਤੀਆਂ ਪਈਆਂ ਸੀ ਨਾ, ਕਹਿੰਦੇ ਹੁੰਦੇ ਵੀ ਇੱਕ ਤਾਂ ਹੁੰਦਾ ਚਿੱਤ, ਇੱਕ ਹੁੰਦਾ ਚੇਤਾ, ਹੈ ਜੀ। ਚੇਤਿਆਂ ਵਿੱਚ ਜਿਹੜੀਆਂ ਗੱਲਾਂ ਪਈਆਂ ਅੱਜ ਉਹ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਕਿਤੇ ਉਹ ਪੱਗਾਂ ਬੰਨ੍ਹਦੇ ਨੇ, ਕਿਤੇ ਉਸ ਤਰ੍ਹਾਂ ਦਾ ਜੀਵਨ ਬੀਤਦੇ ਨੇ। ਜਦੋਂ ਕੋਈ ਸਮੱਸਿਆ ਆਉਂਦੀ ਹੈ ਸਰਦਾਰ ਭਗਤ ਸਿੰਘ ਮੁੰਡਿਆਂ ਦੇ ਨਾਲ ਖੜ ਜਾਂਦਾ ਕਿ ਸਰਦਾਰ ਭਗਤ ਸਿੰਘ 23 ਮਾਰਚ 1931 ਨੂੰ ਸ਼ਹੀਦ ਨਹੀਂ ਸੀ ਹੋਇਆ, ਉਹ ਤਾਂ ਸਾਡੇ ਵਿੱਚ ਹੈ, ਸਾਡੇ 'ਚ ਵਿਰਾਜਮਾਨ ਆ। ਤਾਂ ਅੱਜ ਅਸੀਂ ਨਹੀਂ ਸਮਾਂ ਲੈਣਾ। ਅੱਜ ਮੈਨੂੰ ਬਹੁਤ ਮਾਣ ਹੈ ਵੱਡੇ ਵੀਰ ਅੰਮ੍ਰਿਤ ਢਿੱਲੋਂ ਜੀ ਤੇ। ਮੈਂ ਤਾਂ ਕਈ ਵਾਰੀ ਇਹ ਖਜ਼ਾਨਾ ਥੋੜਾ ਨਾ ਇਹਨਾਂ ਤੋਂ ਚੋਰੀ ਕੀਤਾ ਹੈ ਤੇ ਇਹ ਵੱਡੇ ਭਰਾ ਦੀ ਮਤਲਬ ਬੜੀ ਸਾਡੇ ਤੇ ਕਿਰਪਾ ਵੀ ਹੈ, ਸਾਡੇ ਕੋਲ ਆਉਂਦੇ ਜਾਂਦੇ ਰਹਿੰਦੇ ਨੇ। ਬਹੁਤ ਸਾਰੇ ਲੀਡਰ ਢਿੱਲੋਂ ਸਾਹਿਬ ਹਾਂਜੀ ਖਟਕੜ ਕਲਾਂ ਦੀ ਮਿੱਟੀ ਦੀ ਜਾ ਕੇ ਸਹੁੰ ਖਾ ਕੇ ਕਿਉਂ ਆਉਂਦੇ ਨੇ? ਔਰ ਇਸੇ ਕਰਕੇ ਆਉਂਦੇ ਬਰੈਂਪਟਨ ਨੂੰ ਨਾ ਖਟਕੜ ਕਲਾਂ ਇਹਨਾਂ ਨੇ ਬਣਾਇਆ। ਤੇ ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੇ ਤੁਸੀਂ ਸ਼ੁਰੂ ਕਰੋ ਜੀ ਗੱਲ, ਅੱਜ ਤੁਹਾਨੂੰ ਸੁਣਾਂਗੇ ਜੀ ਅਸੀਂ। ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਮੈਨੂੰ ਸਰੋਤਿਆਂ ਸਾਹਮਣੇ ਲਿਆਂਦਾ। ਤੇ ਇਸ ਤੋਂ ਪਹਿਲਾਂ ਕਿ ਮੈਂ ਗੱਲ ਸ਼ੁਰੂ ਕਰਾਂ, ਬਾਬ ਦੋਸਾਂਝ ਜੀ, ਮੈਂ ਬੜੀ ਦੇਰ ਤੋਂ ਇਹਨਾਂ ਨਾਲ ਬੜਾ ਮਿੱਤਰ ਹਾਂ, ਕਲੋਜ਼ ਹਾਂ। ਇਹ ਮੇਰਾ ਨਾਂ ਇਹਨਾਂ ਨੇ ਬੋਲਿਆ ਸੀ ਅੰਮ੍ਰਿਤਪਾਲ। ਮੈਂ ਇਹਨਾਂ ਨੂੰ ਦੱਸ ਦਿਆਂ ਵੀ ਵਿਸਾਖੀ ਵਾਲਾ ਦਿਨ ਸੀਗਾ ਤੇ ਮੇਰਾ ਜਨਮ ਹੋਇਆ ਵਿਸਾਖੀ ਵਾਲੇ ਦਿਨ, ਤੇ ਘਰਦਿਆਂ ਨੇ ਨਾਂ ਰੱਖ ਦਿੱਤਾ ਅੰਮ੍ਰਿਤ ਪਾਲ, ਤੇ ਮੈਂ ਸਾਰਿਆਂ ਦਾ ਹੈਗਾ ਹੀ ਹਾਂ। ਮੈਂ ਤਾਂ ਅੰਮ੍ਰਿਤਪਾਲ ਤਾਂ ਕਿਹਾ, ਮੇਰੇ ਬੇਟੇ ਦਾ ਨਾਮ ਵੀ ਅੰਮ੍ਰਿਤਪਾਲ ਹੈ। ਹਾਂ, ਰਾਈਟ ਪਰ ਉਹਦਾ ਮੈਂ ਅੰਮ੍ਰਿਤ ਹਾਂਜੀ ਹਾਂਜੀ। ਤੇ ਦੂਜੀ ਗੱਲ ਇਹ ਵੀ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਬਈ ਤੁਸੀਂ ਜਿਹੜੇ ਲੋਕਾਂ ਨਾਲ ਸਾਂਝੇ ਕਰ ਰਹੇ ਹੋ ਇਸ਼ੂਜ਼, ਉਹ ਬਹੁਤ ਵਧੀਆ ਇਸ਼ੂ ਹੈਗੇ ਆ ਜੀ। ਸੁਰਜੀਤ ਜੀ ਨਾਲ ਮੈਂ ਇੱਕ ਦੋ ਵਾਰੀ ਹੋਰ ਵੀ ਪਹਿਲਾਂ ਵੀ ਮੌਕੇ ਮਿਲੇ ਸੀਗੇ। ਲੱਚਰ ਗਾਣਿਆਂ ਬਾਰੇ ਇਹਨਾਂ ਨੇ ਇੱਕ ਸੈਮੀਨਾਰ ਕੀਤਾ ਸੀਗਾ। ਫਿਰ ਇਹਨਾਂ ਨੇ ਨਸ਼ਿਆਂ ਬਾਰੇ, ਇੱਥੇ ਮੇਟਲੈਂਡ ਆਪਣਾ ਖਾਲਸਾ ਸਕੂਲ ਆ ਜੀ, ਤੁਹਾਨੂੰ ਯਾਦ ਹੈ ਢਿੱਲੋਂ ਸਾਹਿਬ ਸਾਰੀਆਂ ਗੱਲਾਂ? ਹਾਂਜੀ, ਮੈਨੂੰ ਯਾਦ ਆ। ਤੇ ਵੈਸੇ ਮੈਂ ਸੁਰਜੀਤ ਜੀ ਨੂੰ ਸੁਰਜੀਤ ਪਾਤਰ ਤੇ ਨਹੀਂ ਕਹਾਂਗਾ, ਪਰ ਇਹ ਇਸ ਗੱਲ ਦੇ ਸੁਰਜੀਤ ਪਾਤਰ ਜ਼ਰੂਰ ਹੈਗੇ ਆ ਵੀ ਇਹ ਬੜੇ ਅੱਛੇ ਬਹੁਤ ਨੌਲੇਜ ਲਿਆਉਂਦੇ ਆ, ਇਸ਼ੂਜ਼ ਲਿਆਉਂਦੇ ਆ। ਹੁਣ ਜਿਹੜੀ ਤੁਸੀਂ ਗੱਲ ਦੀ ਤਾਰੀਫ ਵੀ ਕਰ ਰਹੇ ਸੀਗੇ ਤੇ ਹਿਸਟਰੀ ਬਾਰੇ ਵੀ ਪਤਾ ਕਰਨ ਦੀ ਕੋਸ਼ਿਸ਼ ਗੱਲ ਕੀਤੀ ਸੀ ਤੁਸੀਂ, ਉਹਦੀ ਮੈਂ ਇੱਕੋ ਹੀ ਗੱਲ ਅਖੀਰ 'ਚ ਕਹਿ ਦਿੰਦਾ ਬਈ ਜਿਹੜੀ ਜਦੋਂ ਫਾਂਸੀ ਹੋਣ ਲੱਗੀ ਤੇ ਉਹਨਾਂ ਨੇ ਆਪਣੇ ਹੱਥ ਖੁਲਾ ਲਏ ਤੇ ਅਖੀਰਲਾ ਸ਼ੇਰ ਜਿਹੜਾ ਸੀਗਾ ਉਹ ਸੀਗਾ ਮਰ ਕਰ ਵੀ ਨਾ ਨਿਕਲੇਗੀ ਮੇਰੇ ਦਿਲ ਸੇ ਵਤਨ ਕੀ ਉਲਫਤ, ਵਤਨ ਦਾ ਪਿਆਰ। मर कर भी ना निकलेगी मेरे दिल से वतन की उल्फत, मेरी मिट्टी से भी खुशबूए वतन आएगी। ਤੁਸੀਂ ਕਿਹਾ ਆ ਵੀ ਉੱਥੇ ਕਈ ਪੋਲੀਟੀਸ਼ੀਅਨ ਜਾਂਦੇ ਉੱਥੇ ਮਿੱਟੀ ਦੀ ਖੁਸ਼ਬੂ ਲੈਂਦੇ ਆ, ਇਹ ਇੱਥੇ ਵੀ ਉਹ ਖੁਸ਼ਬੂ ਆਈ ਹੋਈ ਹੈ ਕਿਉਂਕਿ ਉਹ ਗੱਲ ਕਰਦੇ ਸੀਗੇ ਇਨਸਾਨੀਅਤ ਦੀ, ਮਾਨਵਤਾ ਦੀ। ਇਹ ਉਹੀ ਇਨਸਾਨੀਅਤ ਮਾਨਵਤਾ ਦੀ ਗੱਲ ਆ
ਜਿਹੜੀ ਬਾਬੇ ਨਾਨਕ ਨੇ ਗੱਲ ਕੀਤੀ ਸੀ। ਔਰ ਲੋਕੀ ਮੈਨੂੰ ਕਈ ਵਾਰੀ ਇਹ ਪੁੱਛਦੇ ਆ, ਸਾਹਿਬ ਭਗਤ ਸਿੰਘ ਦਾ ਧਰਮ ਕੀ ਸੀ? ਧਰਮ ਇਨਸਾਨੀਅਤ ਸੀ। ਇਨਸਾਨੀਅਤ ਤੋਂ ਉੱਚਾ ਕੋਈ ਧਰਮ ਨਹੀਂ ਹੈ। ਵੀ ਸਹੀ ਗੱਲ, ਸਹੀ ਗੱਲ। ਔਰ ਵੈਸੇ ਮੈਂ ਤੁਹਾਨੂੰ ਦੱਸਾਂ, ਕਿਸੇ ਸ਼ਾਇਰ ਨੇ ਕਿਹਾ ਬਈ ਉਰਦੂ ਦੇ ਨੇ, ਕਹਿੰਦਾ ਤੂੰ ਮੇਰੀ ਕਦਰ ਕਰ ਖੁਦਾਇਆ ਕਿ ਤੁਝੇ ਮੈਨੇ ਖੁਦਾ ਬਣਾਇਆ। ਵਾਹ ਵਾਹ। ਪਹਿਲਾਂ ਇਨਸਾਨ ਆਇਆ, ਪਹਿਲਾਂ ਇਨਸਾਨ, ਫਿਰ ਅਸੀਂ ਧਰਮ ਬਣਾਏ। ਧਰਮ ਬਣਾਇਆ। ਅਤੇ ਧਰਮ ਤੇ ਤੁਹਾਡੇ ਅੰਦਰ ਹੁੰਦਾ, ਉਹ ਧਰਮ ਮਾਨਵਤਾ ਦਾ ਹੁੰਦਾ। ਜਿਹੜਾ ਬਾਹਰ ਦਿਖਾਵੇ ਲਈ ਹੁੰਦਾ, ਉਹ ਤੇ ਇੱਥੇ ਬਥੇਰੇ ਕਰੀ ਜਾਂਦੇ ਆਪਣੇ ਆਪਣੇ ਕੰਮ। ਬੜਾ ਕੁਛ ਦੇਖਦੇ ਆ। ਰਾਈਟ। ਐਨੀਵੇਜ਼, ਇਹ ਗੱਲ ਤਾਂ ਬੜੀ ਦੇਰ ਦੀ ਸ਼ੁਰੂ ਹੋਈ ਆ, ਪਰ ਮੈਨੂੰ ਟਾਈਮ ਦਾ ਨਹੀਂ ਪਤਾ ਵੀ ਕਿੰਨਾ ਕੁ ਹੋਊਗਾ। ਮੈਂ ਜੇ ਗੱਲ ਕਰਾਂ ਤਾਂ 1857 ਤੋਂ ਸ਼ੁਰੂ ਕਰ ਲੈਂਦੇ ਹਾਂ। ਹਾਂਜੀ ਹਾਂਜੀ। 1847 'ਚ ਅੰਗਰੇਜ਼ਾਂ ਨੇ ਪੰਜਾਬ ਫਤਿਹ ਕਰ ਲਿਆ। ਰਣਜੀਤ ਸਿੰਘ ਦੀ ਅੱਖਾਂ ਮੀਟਣ ਤੋਂ ਬਾਅਦ ਉਹਨਾਂ ਨੇ ਪੰਜਾਬ ਫਤਿਹ ਕਰ ਲਿਆ। ਉਹ ਜਿੱਦਾਂ ਵੀ ਹੋਇਆ ਤੁਹਾਨੂੰ ਪਤਾ ਹੀ ਆ। ਅਤੇ ਉਹ ਜਦੋਂ ਐਨੈਕਸੇਸ਼ਨ ਆਫ ਪੰਜਾਬ ਹੋ ਗਈ, ਅਤੇ ਉਹਦੇ 'ਚ ਉਹਨਾਂ ਨੇ ਜਿਹੜੇ ਸਰਦਾਰ ਲੋਕ ਸੀਗੇ, ਜਿਹੜੇ ਉਸ ਵੇਲੇ ਰਣਜੀਤ ਸਿੰਘ ਦੀ ਆਰਮੀ ਨੂੰ ਫੌਜਾਂ ਭੇਜਦੇ ਹੁੰਦੇ ਸੀ, ਉਦੋਂ ਸਿਸਟਮ ਇਹ ਸੀਗਾ ਵੀ ਹਰ ਇੱਕ ਸਰਦਾਰ ਨੂੰ ਥੋੜ੍ਹਾ ਰੈਵਨਿਊ ਦੇਣਾ ਪੈਂਦਾ ਸੀ, ਅਤੇ ਉਹ ਫਿਰ ਉਹਦੀਆਂ ਫੌਜਾਂ ਜਾਂਦੀਆਂ ਸੀ ਕਿਸੇ ਵੀ ਗੱਲ ਲਈ। ਉਹ ਤੋਂ ਉਹ ਜਦੋਂ ਉਹ ਸਰਦਾਰਾਂ ਦੀਆਂ ਜ਼ਮੀਨਾਂ ਖੋਲ੍ਹੀਆਂ ਉਹਨਾਂ ਨੇ, ਅਤੇ ਜਗੀਰਾਂ ਖੋਲ੍ਹੀਆਂ ਅੰਗਰੇਜ਼ਾਂ ਨੇ, ਕਿਉਂਕਿ ਉਹ ਕਹਿੰਦੇ ਵੀ ਤੁਸੀਂ ਉਹਨਾਂ ਦੀ ਮਦਦ ਕੀਤੀ ਸੀ, ਆਰਮੀ ਦੀ, ਖਾਲਸਾ ਆਰਮੀ ਦੀ। ਐਨੀਵੇਜ਼ ਦੇ ਆਰ ਬੀਇੰਗ ਪਨਿਸ਼ਡ। ਅਤੇ 1857 ਵਿੱਚ ਫਿਰ ਜਿਹੜਾ ਉਹ ਕਹਿੰਦੇ ਗਦਰ ਹੋਇਆ, ਅਸੀਂ ਕਹਿੰਦੇ ਹਾਂ ਇਸ ਫਸਟ ਸਟਰਗਲ ਆਫ ਇੰਡੀਆਜ਼ ਇੰਡੀਪੈਂਡੈਂਸ। ਉਦੋਂ ਫਿਰ ਉਹ ਸਰਦਾਰ ਜਿਹੜੇ ਸੀਗੇ, ਉਹਨਾਂ 'ਚੋਂ ਇੱਕ ਸਰਦਾਰ, ਮੈਂ ਬਹੁਤੇ ਨਾਂ ਨਹੀਂ ਲੈਣਾ ਚਾਹੁੰਦਾ, ਇਹ ਵੀ ਸਰਦਾਰ ਸੀਗੇ ਖਟਕਲਾਂ ਵਾਲੇ। ਅਤੇ ਇਹ ਉਹਨਾਂ ਨੂੰ ਕਹਿੰਦੇ ਵੀ ਜੇ ਤੁਸੀਂ ਆਪਣੀਆਂ ਜਗੀਰਾਂ ਵਾਪਸ ਲੈਣੀਆਂ ਅਤੇ ਆਓ ਹੁਣ ਮੌਕਾ, ਇਹ ਗਦਰ 'ਚ ਉੱਥੇ ਉਹਨਾਂ ਦੀ ਜੇ ਅਸੀਂ ਅੰਗਰੇਜ਼ਾਂ ਦੀ ਮਦਦ ਕਰ ਦਿਆਂਗੇ ਅਤੇ ਉਹਦੇ ਵਿੱਚ ਫਿਰ ਤੁਹਾਨੂੰ ਉਹ ਜਗੀਰਾਂ ਤੁਹਾਡੀਆਂ ਵਾਪਸ ਦੇ ਦੇਣਗੇ। ਅਤੇ ਉਦੋਂ ਜਿਹੜੇ ਇਸ ਖਾਨਦਾਨ ਦੇ ਮੋਢੀ ਸੀਗੇ ਸਰਦਾਰ, ਉਹਨਾਂ ਦਾ ਨਾਂ ਸੀ ਸਰਦਾਰ ਫਤਿਹ ਸਿੰਘ। ਉਹਨਾਂ ਨੇ ਨਾਂਹ ਕਰ ਦਿੱਤੀ। ਅਤੇ ਜੇ ਤੁਹਾਨੂੰ ਪਤਾ ਹੋਵੇ ਸ਼ਾਇਦ ਖਟਕੜ ਕਲਾਂ ਝੰਡਾ ਜੀ ਸਟੇਸ਼ਨ ਵੀ ਹੈਗਾ, ਤੁਹਾਨੂੰ ਪਤਾ ਹੋਊਗਾ। ਹਾਂਜੀ ਹਾਂਜੀ। ਉਹਦਾ ਰੀਜ਼ਨ ਇਹ ਸੀ ਝੰਡਾ ਜੀ, ਕਿ ਜਦੋਂ ਗੁਰੂ 10ਵੀਂ ਪਾਤਸ਼ਾਹੀ ਪਹਾੜੀ ਰਾਜਿਆਂ ਨਾਲ ਲੱਗੇ ਹੋਏ ਸੀਗੇ ਸਟਰਗਲ ਦੇ ਵਿੱਚ, ਅਤੇ ਉਦੋਂ ਇੱਥੋਂ ਇਕੱਠੇ ਹੋ ਕੇ ਇੱਥੇ ਝੰਡਾ ਲੱਗਾ ਸੀਗਾ, ਇੱਥੇ ਉਹਨਾਂ ਦੀ ਪੋਸਟ ਸੀਗੀ, ਉੱਥੋਂ ਸਾਰੇ ਜਥੇ ਇਕੱਠੇ ਹੋ ਕੇ ਗੁਰੂ ਸਾਹਿਬਾਨ ਦੀ ਫੌਜ ਵਿੱਚ। ਗੁਰਦੁਆਰਾ ਸਾਹਿਬ ਦਾ ਨਾਮ ਵੀ ਇਹੀ ਉੱਥੇ। ਹਾਂ, ਗੁਰਦੁਆਰਾ ਸਾਹਿਬ ਦਾ ਵੀ ਨਾਂ ਇਹੋ ਹੀ ਆ, ਇਸੇ ਕਰਕੇ ਗੁਰਦੁਆਰਾ ਝੰਡਾ ਜੀ। ਹਾਂ ਹਾਂ। ਅਤੇ ਉਹ ਸਾਹਿਬ ਫਤਿਹ ਸਿੰਘ ਨੇ ਇਸ ਲੌਜਿਕ 'ਤੇ ਇਹ ਗੱਲ ਨਹੀਂ ਮੰਨੀ। ਉਹ ਕਹਿੰਦੇ ਵੀ ਮੇਰੇ ਜਿਹੜਾ ਇੱਥੇ ਨਿਸ਼ਾਨ ਸਾਹਿਬ ਲੱਗਾ ਹੋਇਆ, ਉਹ ਦੇ ਵਿੱਚ ਇੱਕ ਉਹਦੇ ਪਿੱਛੇ ਫਿਲਾਸਫੀ ਆ ਜੀ। ਉਹ ਫਿਲਾਸਫੀ ਇਹ ਆ ਵੀ ਸਾਨੂੰ 10ਵੀਂ ਪਾਤਸ਼ਾਹੀ ਨੇ 5 ਕਕਾਰ ਦਿੱਤੇ ਜੀ, ਅਤੇ ਉਹਦੇ ਵਿੱਚ ਇੱਕ ਕਕਾਰ ਆ ਕਿਰਪਾਨ। ਅੱਛਾ, ਤਲਵਾਰ ਕਿਉਂ ਨਹੀਂ ਅਸੀਂ ਕਹਿੰਦੇ, ਛੁਰਾ ਕਿਉਂ ਨਹੀਂ ਅਸੀਂ ਕਹਿੰਦੇ, ਕਿਰਪਾਨ ਕਹਿੰਦੇ ਹਾਂ। ਕਿਰਪਾਨ ਇਸ ਕਰਕੇ ਕਹਿੰਦੇ ਹਾਂ, ਇਹ ਦੋ ਲਫ਼ਜ਼ਾਂ ਦਾ ਮੇਲ ਆ, ਕਿਰਪਾ ਅਤੇ ਆਨ। ਕਿਸੇ ਦੀ ਆਨ ਨੂੰ ਬਚਾਉਣ ਲਈ ਤੁਹਾਡੇ ਦਿਲ 'ਚ ਕਿਰਪਾ ਆਵੇ, ਦਇਆ ਆਵੇ, ਅਤੇ ਤੁਸੀਂ ਉਹਦੇ ਲਈ ਖਿੱਚੋ, ਉਹ ਹੁੰਦੀ ਆ ਕਿਰਪਾਨ। ਜੇ ਕਿਸੇ ਦਾ ਗਲਾ ਕੱਟ ਦਿਓ, ਉਹ ਹੁੰਦੀ ਆ ਤਲਵਾਰ। ਜੇ ਕਿਸੇ ਦੇ ਪਿੱਠ 'ਚ ਖੋਭ ਦਿਓ, ਉਹ ਹੁੰਦਾ ਛੁਰਾ। ਇਹ ਹੈ ਕਿਰਪਾਨ। ਅਤੇ ਉਹ ਸੀਗਾ ਸਰਦਾਰ ਫਤਿਹ ਸਿੰਘ, ਜਿਹਨੇ ਇਸ ਫਿਲਾਸਫੀ ਨੂੰ ਅਪਣਾਇਆ। ਉੱਥੇ ਹਿਸਟਰੀ ਲਿਖੀ ਹੋਈ ਆ। ਹਾਂਜੀ ਹਾਂ। ਔਰ ਉਹ ਸਰਦਾਰ ਕਿਉਂ ਆ, ਸਰਦਾਰ ਕਿਉਂ ਕਹਿੰਦੇ ਆ, ਸਰਦਾਰ ਅਜੀਤ ਸਿੰਘ ਕਿਉਂ ਕਹਿੰਦੇ ਆ? ਕਿਉਂਕਿ ਜਿਸ ਬੰਦੇ ਨੇ ਸਰ ਹੁੰਦੀ ਆ ਫਤਿਹ ਕਰਨਾ, ਸਰ ਕਰ ਲਿਆ, ਮੈਂ ਜੀ ਸਰ ਕਰ ਲਿਆ, ਆਹ ਖੇਤ ਵੱਢ ਲਿਆ, ਮੈਂ ਸਰ ਕਰ ਲਿਆ। ਸਰ ਜਦੋਂ ਆਪਾਂ ਤਾਸ਼ ਵੀ ਖੇਡਦੇ, ਉਹ ਵੀ ਕਹਿੰਦੇ ਸਰ ਕਰ ਲਈ ਹੈ ਨਾ, ਸਰ ਕਰ ਲਈ। ਸਰ ਦਾ ਮਤਲਬ ਹੁੰਦਾ ਫਤਿਹ ਕਰਨਾ। ਅਤੇ ਦਾਰ ਹੁੰਦੀ ਆ ਸੂਲੀ। ਜਿਸ ਬੰਦੇ ਨੇ ਸੂਲੀ ਫਤਿਹ ਕਰ ਲਈ,
ਜਿਹੜਾ ਸੂਲੀ ਚੜ੍ਹਨ ਤੋਂ ਨਹੀਂ ਡਰਿਆ ਉਹ ਹੁੰਦਾ ਅਸਲੀ ਸਰਦਾਰ। ਜੀ ਵਾਹ। ਇਹ ਸੀਗਾ ਸਰਦਾਰ ਅਜੀਤ ਸਿੰਘ, ਇਹ ਸੀਗਾ ਸਰਦਾਰ ਭਗਤ ਸਿੰਘ। ਔਰ ਇਹਦੇ ਪਿੱਛੇ ਫਿਲਾਸਫੀ ਇਹ ਆ ਵੀ ਉਹਨਾਂ ਨੇ ਇਹ ਨਾ ਕਰ ਦਿੱਤੀ ਵੀ ਮੈਂ ਜਗੀਰ ਨਹੀਂ ਲੈਣੀ, ਮੈਂ ਆਪਣੇ ਨਿਹੱਥੇ ਜਿਹੜੇ ਹਿੰਦੁਸਤਾਨੀ ਲੋਕਾਂ ਦੇ ਖਿਲਾਫ ਲੜਨ ਨਹੀਂ ਜਾਣਾ ਆਪਣੀ ਜਗੀਰ ਕਰਕੇ, ਕਿਉਂਕਿ ਇਹ ਦੋ ਗੱਲਾਂ ਦਾ ਟਕਰਾਅ ਸੀਗਾ। ਇੱਕ ਪਾਸੇ ਰੋਜ਼ੀ ਰੋਟੀ ਆ ਤੇ ਇੱਕ ਪਾਸੇ ਅਸੂਲ ਆ। ਜੀ ਉਹਨਾਂ ਨੇ ਆਪਣੀ ਰੋਜ਼ੀ ਰੋਟੀ ਛੱਡ ਦਿੱਤੀ, ਸਾਹਿਬ ਫਤਿਹ ਸਿੰਘ ਨੇ ਜ਼ਮੀਨ ਰੋਜ਼ੀ ਰੋਟੀ ਹੈ। ਇਹਨਾਂ ਦੇ ਸਕਿਆਂ ਨੇ ਜ਼ਮੀਨ ਲੈ ਵੀ ਲਈ ਸੀ। ਉਹ ਮੈਂ ਤੁਹਾਨੂੰ ਦੱਸਦਾ ਗਾਣ ਗੱਲ ਕਰੂੰਗਾ ਵੀ ਘਰ 'ਚ ਦੋ ਸਟੇਨ ਸੀਗੇ, ਇੱਕ ਸਰਦਾਰ ਅਰਜਨ ਸਿੰਘ ਦਾ ਪਰਿਵਾਰ ਹੈਗਾ, ਇਹ ਸਰਦਾਰ ਭਗਤ ਸਿੰਘ ਹੋਣਾ ਦਾ, ਅਤੇ ਉਹਨਾਂ ਦੇ ਭਾਈ ਸਾਹਿਬ ਸੀਗੇ ਸਰਦਾਰ ਸੁਰਜਨ ਸਿੰਘ, ਉਹ ਅੰਗਰੇਜ਼ ਭਗਤ ਸੀਗੇ। ਇਹ ਅਰਜਨ ਸਿੰਘ ਜਿਹੜੇ ਸੀਗੇ ਇਹ ਦੇਸ਼ ਭਗਤ ਸੀਗੇ। ਅਤੇ ਇਹ ਫਿਰ ਉਹਨਾਂ ਨੂੰ ਜਦੋਂ ਇਹ ਕੋਈ ਇਹਨਾਂ ਬਾਰੇ ਕੋਈ ਗੱਲ ਹੁੰਦੀ ਸੀ, ਉਹ ਜਾ ਕੇ ਉਹਨਾਂ ਕੁਛ ਕਹਿ ਲਾਉਂਦੇ ਸੀ, ਉਹਨਾਂ ਨੂੰ ਇੱਕ ਮੁਰੱਬਾ ਮਿਲ ਜਾਂਦਾ ਸੀਗਾ। ਇਸੇ ਕਰਕੇ 37 ਦੇ ਵਿੱਚ ਸਰਦਾਰ ਭਗਤ ਸਿੰਘ ਦੀ ਫਾਂਸੀ ਤੋਂ ਬਾਅਦ ਦੀ ਗੱਲ ਆ ਵੀ ਉਦੋਂ ਸਟੇਜ ਲੱਗੀ ਹੋਈ ਸੀਗੀ ਅਤੇ ਸਰ ਕਿਸ਼ਨ ਸਿੰਘ ਬੈਠੇ ਸੀ ਸਟੇਜ 'ਤੇ, ਅਤੇ ਨਾਲ ਇੱਕ ਆਦਮੀ ਆਇਆ, ਉਹ ਸਰ ਸੁਰਜਨ ਸਿੰਘ ਦੇ ਪਰਿਵਾਰ 'ਚੋਂ ਸੀਗਾ ਜੀ। ਉਹ ਕਹਿੰਦਾ ਜੀ ਮੈਨੂੰ ਵੀ ਦਿਓ ਟਾਈਮ, ਅਤੇ ਉਹ ਇੰਨੇ ਹਾਲੇ ਵੀ, ਕਿਉਂਕਿ ਉਸ ਵੇਲੇ ਅੰਗਰੇਜ਼ਾਂ ਦਾ ਹੀ ਰਾਜ ਸੀਗਾ, ਅਤੇ ਉਹ ਖੜ੍ਹਾ ਹੋ ਕੇ ਬੋਲਣ ਲੱਗ ਪਿਆ, ਕਹਿੰਦਾ ਜੀ ਸਾਡੇ ਖਾਨਦਾਨ ਦਾ ਪੱਠਾ ਤੇ ਸਰਦਾਰ ਅਜੀਤ ਸਿੰਘ ਨੇ ਬਿਠਾ ਦਿੱਤਾ ਸੀਗਾ, ਪਰ ਸਰਦਾਰ ਭਗਤ ਸਿੰਘ ਨੇ ਤਾਂ ਕਹਿੰਦਾ ਸਾਰੀ ਗੈਲੀ ਗਾਲ ਦਿੱਤੀ ਹੈ ਜੀ। ਅਤੇ ਲੋਕੀ ਜੁੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀ ਹੈ, ਸਟੇਜ ਦੇ ਉੱਤੇ ਸਿੱਟਣੀਆਂ ਸ਼ੁਰੂ ਕਰ ਦਿੱਤੀ ਹੈ। ਕਿਸ਼ਨ ਸਿੰਘ ਉੱਠ ਕੇ ਬੋਲੇ, ਕਹਿੰਦੇ ਹੈ ਤਾਂ ਮੇਰਾ ਭਰਾ ਹੀ ਆ, ਇਹਦੇ ਭਰਾਵੋ ਜੁੱਤੀਆਂ ਨਾ ਮਾਰੋ, ਜੇ ਜਿੰਨੀਆਂ ਜੁੱਤੀਆਂ ਮਾਰੋਗੇ ਉਨੀਆਂ ਇਹਨੂੰ ਮੁਰੱਬੇ ਮਿਲ ਜਾਣੇ। ਦੇਖੋ ਸਰਕਾਰਾਂ ਜਿਹੜੀਆਂ ਜੀ ਉਦੋਂ ਇਸ ਤਰ੍ਹਾਂ ਬੰਦੇ ਜਿਹੜੇ ਉਹਨਾਂ ਨਾਲ ਖੜਦੇ ਆ ਔਰ ਗਦਾਰੀਆਂ ਦੇ ਮੁੱਲ ਪੈਂਦੇ ਆ। ਢਿੱਲੋਂ ਸਾਹਿਬ ਹਾਂਜੀ ਸਹੀ ਗੱਲ ਆ ਤੁਹਾਡੀ, ਇੱਥੇ ਵੀ ਹੁਣ ਇੱਦਾਂ ਹੀ ਹੁੰਦਾ, ਆਪਣੇ 'ਤੇ ਹਮਲਾ ਕਰਾ ਕੇ ਸਿਕਿਉਰਿਟੀ ਲੈਂਦੇ ਆ। ਬਿਲਕੁਲ ਬਿਲਕੁਲ ਹਾਂਜੀ। ਢਿੱਲੋਂ ਸਾਹਿਬ ਫਿਰ ਕਿਵੇਂ ਇਹ ਜਿਹੜੇ ਜਦੋਂ 1857 ਦਾ ਜਦੋਂ ਵਿਦਰੋਹ ਹੋਇਆ ਨਾ, ਤਾਂ ਉਹਦਾ 50ਵਾਂ ਉਹਦੀ ਐਨਵਰਸਰੀ ਸੀਗੀ, ਮੈਂ ਸੁਣਿਆ ਮਨਾਈ। ਹਾਂਜੀ। ਅਤੇ 50ਵੀਂ ਐਨਵਰਸਰੀ ਵਾਸਤੇ ਸੂਫੀ ਅੰਬਾ ਪ੍ਰਸਾਦ ਜੀ ਹੋਰਾਂ ਨੇ, ਲਾਲਾ ਲਾਜਪਤ ਰਾਏ ਜੀ ਹੋਰਾਂ ਨੇ, ਇਹ ਜਿਹੜੇ ਅਜੀਤ ਸਿੰਘ ਸੀ ਨਾ, ਮੈਂ ਬੜੀ ਪੜ੍ਹ ਕੇ ਹੈਰਾਨੀ ਹੋਈ ਵੀ ਇਹ ਬਰੇਲੀ ਕਾਲਜ ਤੋਂ ਲਾਅ ਗ੍ਰੈਜੂਏਟ ਸੀ ਉਹਨਾਂ ਦਿਨਾਂ ਦੇ। ਹਾਂਜੀ। ਮਤਲਬ ਉਹਨਾਂ ਦਿਨਾਂ ਦੇ ਲਾਅ ਗ੍ਰੈਜੂਏਟ ਸੀਗੇ, ਔਰ ਜੇ ਚਾਹੁੰਦੇ ਤਾਂ ਗੋਰਿਆਂ ਤੋਂ ਜਿੱਡੀ ਵੱਡੀ ਮਰਜ਼ੀ ਗਵਰਨਰ ਦੀ ਉਹ ਪਦਵੀ ਲੈ ਸਕਦੇ ਸੀ, ਪਰ ਉਹਨਾਂ ਨੇ ਕਿਸਾਨਾਂ 'ਚ ਭੀੜਾਂ 'ਤੇ ਬਹਿ ਕੇ ਔਰ ਲੋਕਾਂ ਦੇ ਹਿੱਤਾਂ ਦੀ ਗੱਲ ਉਹ ਪ੍ਰਵਾਨ ਕੀਤਾ। ਅਤੇ ਉੱਥੋਂ ਫਿਰ ਇਹ ਕਿਵੇਂ, ਮਤਲਬ ਇਹਨਾਂ ਦੇ ਘਰ 'ਚੋਂ ਹੀ ਸਾਰੀ ਗੱਲ ਲੈਲਪੁਰ ਤੋਂ ਹੀ ਕਿਵੇਂ ਚੱਲੂ ਜੀ? ਇਹ ਜਾਗ ਤੇ ਤੁਹਾਨੂੰ ਮੈਂ ਦੱਸਿਆ ਵੀ 1857 ਸਾਹਿਬ ਫਤਿਹ ਸਿੰਘ ਤੋਂ ਹੀ ਲੱਗ ਚੁੱਕਾ ਸੀ ਵੀ ਦੋ ਗੱਲਾਂ ਹੁੰਦੀਆਂ, ਜਾਂ ਬੰਦਾ ਰੋਜ਼ੀ ਰੋਟੀ ਨੂੰ ਭੱਜਦਾ ਜਾਂ ਆਪਣੇ ਅਸੂਲਾਂ 'ਤੇ ਖੜਾ ਰਹਿੰਦਾ। ਤੁਸੀਂ ਵੀ ਆਪਣੇ ਜ਼ਿੰਦਗੀ 'ਚ ਦੇਖਿਆ ਹੋਊਗਾ ਵੀ ਅਸੂਲ ਕੇ ਰੋਜ਼ੀ ਰੋਟੀ ਹਮੇਸ਼ਾ ਹੀ ਇਹ ਸਟਰਗਲ ਰਹੀ ਹੈ ਬੰਦੇ ਦੇ ਵਿੱਚ। ਅਤੇ ਇਹ ਸਾਹਿਬ ਫਤਿਹ ਸਿੰਘ ਤੋਂ ਬਾਅਦ ਫਿਰ ਉਹਨਾਂ ਦੇ ਬੇਟੇ ਸੀਗੇ ਸਾਖੇਮ ਸਿੰਘ, ਪਿੰਡ 'ਚ ਪੈ ਗਈ ਖਟਕਲੀ ਪਲੇਗ, ਅਤੇ ਉਦੋਂ ਪਲੇਗ ਦਾ ਸਿਰਫ ਇੱਕੋ ਹੀ ਇਲਾਜ ਹੁੰਦਾ ਸੀਗਾ ਵੀ ਪਿੰਡ ਸਾੜ ਦਿਓ, ਅਤੇ ਪਲੇਗ ਪੈ ਗਈ ਆ ਪਿੰਡ ਸਾੜ ਦਿਓ ਜੀ, ਅਤੇ ਲੋਕਾਂ ਦਾ ਨਹੀਂ ਖਿਆਲ ਕਰਨਾ, ਅੰਗਰੇਜ਼ਾਂ ਨੂੰ ਕੀ ਫਿਕਰ ਸੀਗਾ ਲੋਕਾਂ ਦਾ। ਅਤੇ ਸਾਹਿਬ ਫਤਿਹ ਸਿੰਘ ਨੇ, ਸਾਖੇਮ ਸਿੰਘ ਨੇ ਇਹ ਮੂਹਰੇ ਆਵਾਜ਼ ਉਠਾਈ ਵੀ ਅਸੀਂ ਪਿੰਡ ਛੱਡ ਸਕਦੇ ਹਾਂ, ਪਰ ਸਾਨੂੰ ਮੁਆਵਜ਼ਾ ਦਿਓ। ਉਹ ਐਜੀਟੇਸ਼ਨ ਸੀਗੀ, ਉਹ ਪਹਿਲੀ ਵਿਦਰੋਹ ਦੀ ਐਜੀਟੇਸ਼ਨ ਸੀਗੀ। ਉਸ ਤੋਂ ਬਾਅਦ ਫਿਰ ਸਰਦਾਰ ਅਰਜਨ ਸਿੰਘ ਬਾਰੇ ਵੀ ਤੁਹਾਨੂੰ ਪਤਾ, ਉਹ ਸਮਾਜਿਕ ਸੇਵੀ ਸੀਗੇ, ਉਹਨਾਂ ਨੇ ਜੋ ਕੁਛ ਕੀਤਾ। ਉਹਨਾਂ ਦੀ ਸਭ ਤੋਂ ਵੱਡੀ ਦੇਣ ਮੈਂ ਇਹ ਸਮਝਦਾ ਵੀ ਉਹਨਾਂ ਨੇ ਆਪਣੇ 2 ਪੋਤਰੇ ਆਪਣੀ ਬਗਲਾਂ 'ਚ ਲੈ ਕੇ ਉਹਨਾਂ ਨੇ ਇਹ ਕਸਮ ਖਾਧੀ ਵੀ ਇਹ ਦੇਸ਼ ਦੀ ਸੇਵਾ ਲਈ ਮੈਂ ਅਰਪਣ ਕਰ ਦਿੰਦਾ। ਹਾਂਜੀ। ਅਤੇ ਉਹ ਸਰਦਾਰ ਅਜੀਤ ਸਿੰਘ ਦੇ, ਕਮਿੰਗ ਬੈਕ ਟੂ ਸਰਦਾਰ ਅਜੀਤ ਸਿੰਘ, ਸਰਦਾਰ ਅਜੀਤ ਸਿੰਘ ਨੇ ਪਿੰਡ 'ਚ ਪ੍ਰਾਇਮਰੀ ਵਿੱਦਿਆ ਪ੍ਰਾਪਤ ਕੀਤੀ। ਫਿਰ ਸਾਈਂ ਦਾ ਸਕੂਲ ਜਿਹੜਾ ਜਲੰਧਰ ਦਾ, ਹਾਲੇ ਵੀ ਸ਼ਾਇਦ ਤੁਹਾਨੂੰ ਯਾਦ ਹੋਏਗਾ, ਹੈਗਾ ਬੜਾ ਵਧੀਆ ਸਕੂਲ ਆ, ਬਹੁਤ ਹਾਈ ਸਟੈਂਡਰਡ ਦਾ ਸਕੂਲ ਆ। ਉਹ ਪਹਿਲੇ ਉਸ ਸਕੂਲ ਦੇ ਗ੍ਰੈਜੂਏਟ ਸੀਗੇ। ਸੰਸਕ੍ਰਿਤ ਦਾ ਸਕੂਲ ਸੀ ਮੇਰੇ ਖਿਆਲ 'ਚ। ਹਾਂਜੀ ਸਾਈਂ ਦਾ। ਅਤੇ ਖੈਰ
ਉਹ ਫਿਰ ਉਹ ਤੋਂ ਬਾਅਦ ਫਿਰ ਉਹਨਾਂ ਨੇ ਲਾਹੌਰ ਤੋਂ ਕਾਲਜ ਦੀ ਆਪਣੀ ਵਿੱਦਿਆ ਪ੍ਰਾਪਤ ਕਰਕੇ ਫਿਰ ਬਰੇਲੀ ਜਾ ਕੇ ਉਹਨਾਂ ਨੇ ਲਾਅ ਦੀ ਡਿਗਰੀ ਲਈ, ਅਤੇ ਉਹ ਤੋਂ ਬਾਅਦ ਫਿਰ ਉਹਨਾਂ ਨੇ ਕੁਛ ਦੇਰ ਅੰਗਰੇਜ਼ਾਂ ਨੂੰ ਪੜ੍ਹਾਉਣ ਦਾ ਵੀ ਕੰਮ ਕੀਤਾ। ਉਹ ਇਸ ਕਰਕੇ ਕਿਸੇ ਨੇ ਪੁੱਛਿਆ ਵੀ ਤੁਹਾਡਾ ਤਾਂ ਅੰਗਰੇਜ਼ ਦੇ ਖਿਲਾਫ ਆ, ਉਹ ਅੰਗਰੇਜ਼ਾਂ ਨੂੰ ਪੜ੍ਹਾਉਣ ਮਤਲਬ ਉਹ ਫਾਰਸੀ ਵਗੈਰਾ ਕਰਦੇ ਸੀਗੇ, ਜਾਣਨਾ ਲਰਨਡ ਵਿਦਵਾਨ। ਖੈਰ ਉਹਨਾਂ ਨੇ ਜਵਾਬ ਦਿੱਤਾ ਵੀ ਮੈਂ ਜੇ ਇਹਨਾਂ ਦੇ ਖਿਲਾਫ ਕੋਈ ਸਟਰਗਲ ਕਰਨੀ ਹੈ ਤਾਂ ਮੈਨੂੰ ਇਹਨਾਂ ਦੇ ਮਾਈਂਡ ਦਾ ਹਾਊ ਦੇ ਵਰਕ ਦੇਅਰ ਮਾਈਂਡਸ ਅਗੇਂਸਟ ਸਾਡੇ ਲਈ ਕਿੱਦਾਂ ਉਹ ਕਰਦੇ ਆ ਕੰਮ, ਅਤੇ ਇਹ ਮੈਨੂੰ ਜਾਣਨਾ ਜ਼ਿਆਦਾ ਜ਼ਰੂਰੀ ਆ। ਸੋ 2 ਸਾਲ ਉਹਨਾਂ ਨੇ ਇਹ ਕੰਮ ਕੀਤਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕਾਂਗਰਸ ਉਦੋਂ ਬਣ ਚੁੱਕੀ ਸੀਗੀ ਉਹਨਾਂ ਦੇ, ਬਲਕਿ ਜਨਮ 23 ਫਰਵਰੀ 1881 'ਚ ਉਹਨਾਂ ਦਾ ਜਨਮ ਹੋਇਆ, ਅਤੇ ਉਦੋਂ ਕੀ 1882 'ਚ ਸ਼ਾਇਦ ਕਾਂਗਰਸ ਬਣੀ ਆ। ਅਤੇ ਉਹ ਫਿਰ 1905 ਵਿੱਚ ਅਤੇ 1906 ਵਿੱਚ ਕਾਂਗਰਸ ਦੇ 2 ਉਹਨਾਂ ਨੇ ਸੈਸ਼ਨ ਅਟੈਂਡ ਕੀਤੇ, ਅਤੇ ਉਹਨਾਂ ਦਾ ਜਿਹੜਾ ਲੋਕਾਂ ਨਾਲ ਇੰਟਰੈਕਸ਼ਨ ਸੀ, ਜਿਹੜੇ ਉਹ ਕੰਮ ਕਰਦੇ ਸੀ, ਉਹਨਾਂ ਦੇ ਕਰਕੇ ਬਾਲ ਗੰਗਾਧਰ ਤਿਲਕ ਨੇ ਉਹਨਾਂ ਨੂੰ ਇੱਕ ਸਿੰਬੋਲਿਕ ਕਰਾਊਨ ਪਹਿਨਾਇਆ ਹੈ, ਅਤੇ ਉਹ ਟੋਪੀ ਦੀ ਸ਼ਕਲ ਹੀ ਸੀਗੀ, ਉਹ ਹਾਲੇ ਵੀ ਪਿਆ ਚੰਡੀਗੜ੍ਹ ਉੱਥੇ ਮਿਊਜ਼ੀਅਮ 'ਚ। ਅਤੇ ਉਹਨੂੰ ਕਹਿੰਦੇ ਸੀ, ਉਹਨੇ ਉਹਨੂੰ ਇਹ ਖਿਤਾਬ ਦਿੱਤਾ ਸੀ ਵੀ ਯੂ ਆਰ ਦੀ ਅਨਕਰਾਊਨਡ ਕਿੰਗ ਆਫ ਦੀ ਮਾਸਸ। ਅਤੇ ਉਹਨਾਂ ਦੀ ਪੜ੍ਹਾਈ ਲਿਖਾਈ ਔਰ ਉਹਨਾਂ ਦੀ ਇੰਟੈਲੀਜੈਂਸ ਇੰਨੀ ਸੀ, ਮੈਂ ਤਾਂ ਕਈ ਦਫਾ ਇਹ ਵੀ ਸਮਝਦਾ ਹੁੰਦਾ ਵੀ ਉਹ ਜਦੋਂ ਉਹਨਾਂ ਦਾ ਸਾਹਿਬ ਭਗਤ ਸਿੰਘ ਦਾ ਜਨਮ ਹੋਇਆ ਅਤੇ ਇਹ ਜੇਲ੍ਹ 'ਚ ਚਲੇ ਗਏ ਸੀ। 2 ਸਾਲ ਬਾਅਦ ਉਹ ਆਏ ਅਤੇ ਇਹ ਤਿੰਨੇ ਹੀ ਭਰਾ ਜੇਲ੍ਹ 'ਚ ਸੀਗੇ, ਸਾਹਿਬ ਕਿਸ਼ਨ ਸਿੰਘ, ਅਜੀਤ ਸਿੰਘ ਅਤੇ ਇੱਕ ਹੋਰ ਛੋਟੇ ਭਰਾ ਸੀਗੇ ਸਵਰਨ ਸਿੰਘ। ਸ਼ਾਇਦ ਉਹਨਾਂ ਨੂੰ ਹਿਸਟਰੀ 'ਚ ਬਹੁਤਾ ਕੋਈ ਜਾਣਦਾ ਨਹੀਂ, ਹਾਂ, ਪਰ ਉਹ 21 ਸਾਲ ਦੀ ਉਮਰ ਵਿੱਚ ਜੇਲ੍ਹ 'ਚ ਕੋਹਲੂ ਪੀੜ ਦੇ ਉਹਨਾਂ ਦੀ ਸਿਹਤ ਇੰਨੀ ਖਰਾਬ ਹੋ ਗਈ ਕਿ ਅੰਗਰੇਜ਼ਾਂ ਨੇ ਉਹਨਾਂ ਨੂੰ ਰਿਲੀਜ਼ ਕਰਤਾ, ਅਤੇ 21 ਸਾਲ ਦੀ ਉਮਰ ਦੇ ਵਿੱਚ ਉਹ ਸ਼ਹੀਦ ਹੋ ਗਏ ਇਹਨਾਂ ਤਸੀਹਾਂ ਤੋਂ। ਅਤੇ ਉਹਨਾਂ ਦਾ ਸਿਰਫ ਇਹ ਸੀਗਾ ਉਹਨਾਂ ਦਾ ਜਿਹੜਾ ਜੁਰਮ ਇਹੋ ਸੀਗਾ ਵੀ ਉਹ ਲੋਕਾਂ ਨੂੰ ਅਵੇਕਨ ਕਰ ਰਹੇ ਸੀਗੇ। ਅਤੇ ਸਾਹ ਅਜੀਤ ਸਿੰਘ ਨੂੰ, ਕਮਿੰਗ ਬੈਕ ਟੂ ਸਾਹ ਅਜੀਤ ਸਿੰਘ, ਉਹਨਾਂ ਦੀ ਇੰਟੈਲੀਜੈਂਸ ਤੋਂ ਹੀ ਮੈਨੂੰ ਲੱਗਦਾ ਵੀ ਸਾਹਿਬ ਭਗਤ ਸਿੰਘ ਨੇ ਉਹਨਾਂ ਕੋਲੋਂ ਲੀਡ ਲਈ ਸਿੱਖਿਆ ਲਈ। ਕਹਿੰਦੇ ਸੀ ਲੋਕ ਬਈ ਸਰਦਾਰ ਭਗਤ ਸਿੰਘ ਆਪਣੇ ਚਾਚੇ ਵਰਗੇ ਸੀ। ਚਾਚੇ ਵਰਗੇ ਸੀਗੇ, ਕਿਉਂਕਿ 2 ਸਾਲ ਸਾਹਿਬ ਭਗਤ ਸਿੰਘ ਨੂੰ ਖਿਡਾਉਂਦੇ ਰਹੇ, ਔਰ ਉਹ ਸਾਹਿਬ ਭਗਤ ਸਿੰਘ ਨੂੰ ਅਖੀਰ 'ਚ ਜਦੋਂ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਸੀਗੇ ਉਹ ਜਾ ਰਹੇ ਸੀਗੇ ਆਪਣੇ ਕਾਲੇ ਪਾਣੀ, ਅਤੇ ਇੱਕ ਨੇ ਹੱਥ ਮਿਲਾਉਣ ਲੱਗਿਆ ਅਤੇ ਉਹ ਕਹਿੰਦੇ ਵੀ ਸਾਹਿਬ ਭਗਤ ਸਿੰਘ ਅਸੀਂ ਤਾਂ ਚੱਲੇ ਹਾਂ ਅਤੇ ਸਾਡੇ ਦਿਲ 'ਚ ਬੜੀ ਅਫਸੋਸ ਆ ਵੀ ਅਸੀਂ ਬੜੀ ਸਜ਼ਾ ਪਾ ਰਹੇ ਹਾਂ ਅਤੇ ਪਤਾ ਨਹੀਂ ਮੁੜ ਕੇ ਆਉਣਾ ਕਿ ਨਹੀਂ ਆਉਣਾ, ਅਤੇ ਸਾਡੇ ਜਿਹਦੇ 'ਚ ਤੂੰ ਹੱਸ ਕੇ ਸਾਰਿਆਂ ਨਾਲ ਮਿਲਾ ਰਿਹਾ ਦਿਲ। ਅਤੇ ਉਹਨਾਂ ਨੇ ਹੋਰ ਗੱਲਾਂ ਵੀ ਕੀਤੀਆਂ, ਪਰ ਉਹ ਫਿਰ ਕਹਿੰਦੇ ਵੀ ਤੇਰੇ ਕੋਈ ਖਾਸ਼, ਕਹਿੰਦੇ ਨਹੀਂ ਖੁਆਸ਼ ਮੇਰੀ ਸਾਰੀ ਖਾਸ਼ਾਂ ਪੂਰੀਆਂ ਹੋ ਗਈਆਂ। ਉਹਨਾਂ ਨੇ ਇੱਕ ਮਾੜਾ ਜਿਹਾ ਕਿਹਾ, ਕਹਿੰਦੇ ਜੇ ਮੈਂ ਕਿਤੇ ਆਪਣੇ ਚਾਚਾ ਜੀ ਨੂੰ ਮਿਲ ਲੈਂਦਾ ਜਾਣ ਤੋਂ ਪਹਿਲਾਂ, ਉਹ ਉਹਨਾਂ ਨੂੰ ਇੱਕ ਗੱਲ ਸੀਗੀ। ਅਤੇ ਉਹ ਤੋਂ ਮੈਨੂੰ ਲੱਗਦਾ ਵੀ ਉਹ ਸਾਹ ਅਜੀਤ ਸਿੰਘ ਦੀ ਬਹੁਤ ਉਹਨਾਂ ਦੇ ਦਿਲ 'ਚ ਕਦਰ ਸੀਗੀ। ਅਤੇ ਸਾਹ ਅਜੀਤ ਸਿੰਘ ਉੱਥੋਂ ਜਦੋਂ ਜਲਾਵਤਨ ਹੋਏ, 38 ਸਾਲ ਉਹਨਾਂ ਨੇ ਜਲਾਵਤਨੀ ਭੋਗੀ। 1909 ਤੋਂ ਲੈ ਕੇ 14 ਤੱਕ ਉਹ ਯੂਰਪ 'ਚ ਰਹੇ। ਪਹਿਲਾਂ ਉਸ ਟਾਈਮ 'ਚ ਉਹ ਉੱਥੇ ਟਰੋਟਸਕੀ ਨੂੰ ਮਿਲੇ, ਲੈਨਨ ਨੂੰ ਮਿਲੇ। ਉਸ ਵੇਲੇ ਉਹ ਕੁਛ ਨਹੀਂ ਸੀਗੇ। ਉਸ ਵੇਲੇ ਦੇਖੋ ਬਹੁਤ ਵੱਡੀ ਗੱਲ ਹੈ ਵੀ ਉਦੋਂ ਲੈਨਨ ਨੂੰ ਮਿਲਣਾ, ਔਰ ਸਾਰੇ ਉਹ 38 ਸਾਲ ਵੀ ਉਹ ਕੁਛ ਨਾ ਕੁਛ ਕਰੀ ਗਏ। ਉਹ ਸਟਰਗਲ 'ਚ ਰਹੇ ਆ, ਹਮੇਸ਼ਾ ਹੀ ਸਟਰਗਲ 'ਚ ਰਹੇ ਆ, ਔਰ ਉਹ ਇੰਨੀ ਸਟਰਗਲ 'ਚ ਰਹੇ। ਕ੍ਰਾਂਤੀਕਾਰੀ ਕਦੇ ਟਿਕ ਕੇ ਨਹੀਂ ਬਹਿ ਸਕਦੇ। ਨਹੀਂ ਉਹਨਾਂ ਦੇ ਦਿਮਾਗ 'ਚ ਤਾਂ ਵਿੱਚ ਇਸੇ ਵੇਲੇ ਹਰ ਗੱਲ ਰਹਿੰਦੀ। ਅੱਜ ਦਾ ਸਮਾਂ ਕਿੰਨਾ ਬਦਲ ਗਿਆ, ਕਿਸਾਨ ਅੰਦੋਲਨ ਕਿੱਥੇ ਪਹੁੰਚਿਆ। ਬਟ ਆਪਾਂ ਉਹ ਗੱਲ ਕਰਾਂਗੇ ਪਰ ਜਿਹੜੀ ਤੁਹਾਡੀ ਗੱਲ ਆ, ਅਸੀਂ ਤੁਹਾਡੀ ਗੱਲ ਸੁਣਨੀ ਚਾਹੁੰਦੇ ਹਾਂ। ਹਾਂਜੀ, ਉਹ ਫਿਰ ਜਦੋਂ ਉਹ 1919 'ਚ ਜਦੋਂ ਅੰਗਰੇਜ਼ਾਂ ਦੀ ਫਤਿਹ ਹੋ ਗਈ, ਅਲਾਇੰਸ ਦੀ ਜਿਹੜੀ ਫਸਟ ਵਰਲਡ ਵਾਰ ਸੀਗੀ, ਜਰਮਨੀ ਹਾਰ ਗਿਆ, ਅਤੇ ਉਹਨਾਂ ਨੂੰ ਫਿਰ ਪਤਾ ਸੀਗਾ ਵੀ ਯੂਰਪ 'ਚ ਵੀ ਉਹ ਕੈਦ ਹੋ ਸਕਦੇ ਆ, ਫਿਰ ਅੰਗਰੇਜ਼ ਉਹਨਾਂ ਨੂੰ ਫੜ ਸਕਦੇ ਆ। ਉੱਥੋਂ ਵੀ ਉਹ ਬਚ ਨਿਕਲੇ, ਕਿਉਂਕਿ ਉਹ ਹੀ ਵਾਂਟਡ ਟੂ ਵਰਕ ਫਾਰ ਦੀ ਫਰੀਡਮ ਆਫ ਇੰਡੀਆ। ਅਤੇ ਉਹ ਫਿਰ ਸਾਊਥ ਅਮਰੀਕਾ 'ਚ ਆ ਗਏ। ਸਾਊਥ ਅਮਰੀਕਾ 'ਚ ਆ ਕੇ ਉਹਨਾਂ ਨੇ
ਉੱਥੇ ਵੀ ਕੰਮ ਕਰੀ ਗਏ। ਗਦਰ ਪਾਰਟੀ ਐਕਚੁਅਲੀ ਜਿਹੜੀ ਬਣੀ ਆ ਨਾ, ਉਹ 1907 ਵਿੱਚ ਜਿਹੜੀ ਪਗੜੀ ਸੰਭਾਲ ਜੱਟਾ ਇਹਨਾਂ ਦੀ ਲਹਿਰ ਸੀਗੀ, ਜੀ ਉਹਦੇ ਤੋਂ ਹੀ ਕਈ ਲੋਕ ਜਿਹੜੇ ਨਿਰਾਸ਼ ਹੋ ਕੇ ਜਾਂ ਕਈ ਜਿਹੜੇ ਉਸ ਸਟਰਗਲ ਤੋਂ ਤੰਗ ਹੋ ਕੇ ਮਾਈਗ੍ਰੇਟ ਕੀਤੇ ਸੀਗੇ ਹਾਂਜੀ ਅਮਰੀਕਾ 'ਚ, ਜੀ। ਉਹ ਲੋਕ ਸੀਗੇ ਜਿਨ੍ਹਾਂ ਨੇ ਫਿਰ ਗਦਰ ਪਾਰਟੀ ਬਣਾਈ। ਸੋ ਇਨ ਏ ਵੇ ਤੁਸੀਂ ਯੂ ਕੈਨ ਸੇ ਕਿ ਸਰਦਾਰ ਅਜੀਤ ਸਿੰਘ ਵਾਜ਼ ਦੀ ਜੜ ਸੀਗੇ ਉਸ ਗਦਰ ਪਾਰਟੀ। ਫਰੀडम ਮੂਵਮੈਂਟ ਦੀ, ਪੰਜਾਬ ਚ ਆਣੀ ਫਰੀडम ਮੂਵਮੈਂਟ ਦੀ ਜੜ ਲਾਉਣ ਵਾਲੇ ਜਿਹੜੇ ਸੀ ਸਰਦਾਰ ਅਜੀਤ ਸਿੰਘ ਸੀ ਜੀ। ਬਿਲਕੁਲ ਗਦਰ ਪਾਰਟੀ ਨਿਕਲੀ ਉੱਥੋਂ ਸੀ ਨਾ, ਗਦਰ ਪਾਰਟੀ ਨਿਕਲੀ ਉੱਥੋਂ, ਜਿਹੜੇ ਬਾਹਰ ਆਏ ਸੀ ਹਾਂ ਬਿਲਕੁਲ ਉੱਥੋਂ ਹੀ ਆਏ ਸੀ। ਪਗੜੀ ਸੰਭਾਲ ਜੱਟਾਂ ਦੇ ਪਗੜੀ ਵਿੱਚ ਸੰਭਾਲ ਨਿਕਲ ਕੇ ਜੱਟਾਂ ਵਾਲੀ ਬਾਹਰ ਸਟਰਗਲ ਤੇ ਹੀ ਸੀਗੇ ਜੀ। ਤੇ ਉਹਨਾਂ ਦੀ ਇੰਟੈਲੀਜੈਂਸ ਦੀ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ ਵੀ ਉਹ 40 ਲੈਂਗੁਏਜਸ ਜਾਣਦੇ ਸੀ, 40 ਲੈਂਗੁਏਜਸ ਜਾਣਦੇ ਉਸ ਸੀਗੇ। ਸਮੇਂ ਦੀ ਗੱਲ ਕਿੰਨੀ ਕਰਦੇ ਤੇ ਅੱਜ ਕਿੰਨੀ ਵੱਡੀ ਇਤਿਹਾਸਕ ਜਿਹੜੀ ਗੱਲ ਹੈ। ਅੱਜ ਢਿੱਲੋਂ ਸਾਹਿਬ ਦੇ ਨਾਂ ਉਹਦੇ ਤਾਂ ਆਪਾਂ ਨੂੰ ਪਤਾ ਨਹੀਂ ਲੱਗਣੀ ਸੀ। 40 ਭਾਸ਼ਾਵਾਂ ਬੋਲਦੇ ਸੀਗੇ ਜੀ ਉਹ ਹਾਂ ਅਜੀਤ ਸਿੰਘ। ਫਿਰ ਜਦੋਂ ਦੂਜੀ ਵਰਲਡ ਵਾਰ ਸ਼ੁਰੂ ਹੋਈ ਉਹ ਯੂਰਪ 'ਚ ਫੇਰ ਆ ਗਏ, ਫਿਰ ਉਹ ਹਿਟਲਰ ਨੂੰ ਮਿਲੇ, ਮਜ਼ੋਲੀਨੀ ਨੂੰ ਮਿਲੇ। ਉਹਨਾਂ ਨੇ ਆਜ਼ਾਦ ਹਿੰਦ ਲਸ਼ਕਰ ਕ੍ਰੀਏਟ ਕੀਤਾ, ਜਿਹੜੇ ਹਿੰਦੁਸਤਾਨ ਦੇ ਕੈਦੀ, ਜਿਹੜੇ ਹਿੰਦੁਸਤਾਨ ਦੀ ਆਰਮੀ ਅੰਗਰੇਜ਼ਾਂ ਦੀ ਸੀ, ਉਹ ਯੂਰਪ 'ਚ ਜਿਹੜੇ ਉਹਦੇ ਕੈਦੀ ਹੋਏ ਹਿੰਦੁਸਤਾਨੀ ਲੋਕ ਸੀ, ਉਹ ਉਹਨਾਂ ਨੇ ਮਜ਼ੋਲੀਨੀ ਨੇ ਇਹਨਾਂ ਨੂੰ ਦੇ ਦਿੱਤੇ ਵੀ ਲਓ ਜੀ ਇਹਨਾਂ ਨਾਲ ਤੁਸੀਂ ਗੱਲਾਂ ਕਰੋ। ਇਹਨਾਂ ਨਾਲ ਰੇਡੀਓ ਉਹਨਾਂ ਨੇ ਚਲਾਇਆ, ਆਜ਼ਾਦ ਹਿੰਦ ਰੇਡੀਓ, ਔਰ ਉਸ ਆਰਮੀ ਦਾ ਨਾਂ ਰੱਖਿਆ। ਉਹ ਢਿੱਲੋਂ ਸਾਹਿਬ ਪ੍ਰਿਜ਼ਨਰ ਆਫ ਵਾਰ ਸੀਗੇ, ਪ੍ਰਿਜ਼ਨਰਸ ਆਫ ਵਾਰ ਸੀਗੇ ਉਹ ਸੀਗੇ, ਹਾਂਜੀ। ਤੇ ਉਹ ਫਿਰ ਜਿਹੜੀ ਸੁਭਾਸ਼ ਚੰਦਰ ਬੋਸ ਦੀ ਵੀ ਹੋਈ ਆ ਬਾਹਰ ਆਉਣ ਦੀ ਸਕੀਮ ਜਿੰਨੀ ਵੀ, ਉਹ ਅਜੀਤ ਸਿੰਘ ਤੋਂ ਹੀ ਉਹਨਾਂ ਨੇ ਬਾਹਰੋਂ ਕੀਤੀ ਸੀ। ਉੱਦਾਂ ਹੀ ਉਹਨਾਂ ਨੇ ਭੇਸ ਬਦਲਾ ਕੇ ਉੱਦਾਂ ਹੀ ਸਾਰਾ ਕੁਛ ਕਰਕੇ ਤੇ ਉਹਨਾਂ ਨਾਲ ਇਨ ਟੱਚ ਰਹੇ। ਆਜ਼ਾਦ ਹਿੰਦ ਫੌਜ ਦਾ ਬੂਟਾ ਸਰਦਾਰ ਅਜੀਤ ਸਿੰਘ ਹੋਰਾਂ ਨੇ ਲਾਇਆ, ਜਾਂ ਰਾਸ ਬਿਹਾਰੀ ਬੋਸ ਹੋਰਾਂ ਨੇ ਵੀ ਪਾਣੀ ਉਸ ਬੂਟੇ ਨੂੰ ਪਾਇਆ, ਤੇ ਪਰ ਉਹਦਾ ਫਲ ਜਿਹੜਾ ਸੀਗਾ ਉਹ ਸੁਭਾਸ਼ ਚੰਦਰ ਬੋਸ ਨੂੰ ਮਿਲਿਆ। ਆਜ਼ਾਦੀ ਸੌਖੀ ਨਹੀਂ ਮਿਲੀ, ਨਹੀਂ ਫਿਰ ਹੋਰ ਕਿਹੜੇ ਥਾਵਾਂ ਤੇ ਆਜ਼ਾਦੀ ਸੌਖੀ ਇੱਦਾਂ ਨਹੀਂ ਮਿਲੀ। ਮੈਂ ਤੁਹਾਨੂੰ ਦੱਸਾਂ ਬਈ ਚਾਚੀ ਜੀ ਬੀਬੀ ਹਰਨਾਮ ਕੌਰ, ਚਾਚੀ ਹਰਨਾਮ ਕੌਰ ਜਦੋਂ ਉਹ ਵਾਪਸ ਆਏ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ, ਕਹਿੰਦੇ ਸਰਦਾਰ ਜੀ ਜਦੋਂ ਤੁਸੀਂ ਜਾਣ ਲੱਗੇ ਸੀ ਤੁਸੀਂ ਕਿਹਾ ਸੀਗਾ ਵੀ ਮੈਂ ਬਸ ਪਰਸੋਂ ਨੂੰ ਹੀ ਆ ਜਾਣਾ। ਤੇ ਉਹ ਕਹਿੰਦੇ ਹੱਸ ਕੇ ਕਹਿੰਦੇ ਹਾਂ ਪਰ ਉਰਦੂ 'ਚ ਪਰਸੋਂ ਤੇ ਬਰਸੋਂ ਦੇ ਵਿੱਚ ਇੱਕ ਨੁਕਤੇ ਦਾ ਹੀ ਫਰਕ ਆ। ਕਹਿੰਦੇ ਬਸ ਨਹੀਂ, ਹੱਸ ਕੇ ਗੱਲ ਟਾਲ ਦਿੱਤੀ। 38 ਸਾਲ ਜ਼ਿੰਦਗੀ ਦੇ ਇਸ ਗੱਲ 'ਚ ਲੱਗ ਗਏ। ਤੇ ਉਹ ਮਾਈ ਵੇਖੋ ਕਿੱਡੀ ਮਤਲਬ ਜੱਜ ਸੱਤ ਵਾਲੇ ਸੀਗੇ, ਮਾਈ ਹਰਨਾਮ ਕੌਰ ਹੈ ਜੀ। ਬਿਲਕੁਲ ਇਹਦਾ ਬੰਦਾ ਸੋਚਦਾ ਕਿ ਮੈਂ ਆਪਣਾ ਪਰਿਵਾਰ ਬਣਾਵਾਂ, ਮੈਂ ਕੁਛ ਕਰਾਂ, ਆਹ ਕਰਾਂ, ਉਹਨੇ ਦੇਸ਼ ਦੀ ਖਾਤਰ ਸਾਰੀ ਉਮਰ ਲਾਤੀ। ਸਾਰੀ ਉਮਰ ਇਹ ਪਰਿਵਾਰ ਹੀ ਬੜਾ ਸੰਸਕਾਰਾਂ ਵਾਲਾ ਸੀ ਜਿੱਥੇ। ਅੱਛਾ ਜੀ, ਇਹ ਹੁਣੇ ਇਸ ਗੱਲ ਤੋਂ ਹੀ ਫਿਰ ਮੈਨੂੰ ਹੁਣ ਗੱਲਾਂ ਵੀ ਯਾਦ ਤੁਸੀਂ ਕਰਵਾਉਂਦੇ ਹੋ ਤੇ ਉਹ ਕਈ ਵਾਰੀ ਯਾਦ ਨਹੀਂ ਹੁੰਦੀਆਂ। ਜਦੋਂ ਅਜੀਤ ਸਿੰਘ ਚਲੇ ਗਏ ਉਹਨਾਂ ਦਾ ਪਤਾ ਹੀ ਨਹੀਂ ਸੀ ਆਉਣਾ ਕਿ ਨਹੀਂ ਆਉਣਾ, ਕਿਉਂਕਿ ਉਸ ਵੇਲੇ ਤਾਂ ਉਹਨਾਂ 'ਤੇ ਇਹ ਰੋਕ ਲੱਗ ਗਈ ਸੀਗੀ ਪਰਸੋਨਾ ਨਾਨ ਗ੍ਰੇਟਾ। ਇਹਦਾ ਮਤਲਬ ਹੁੰਦਾ ਵੀ ਤੁਸੀਂ ਇਸ ਮੁਲਕ 'ਚ ਨਹੀਂ ਵੜ ਸਕਦੇ, ਵਾਪਸ ਨਹੀਂ ਆ ਸਕਦੇ, ਮੁੜ ਕੇ ਵਾਪਸ ਨਹੀਂ ਆ ਸਕਦੇ। ਤੇ ਉਹ ਕੰਡੀਸ਼ਨ ਲੱਗੀ ਤੇ ਘਰਦਿਆਂ ਨੂੰ ਵੀ ਪਤਾ ਸੀਗਾ। ਤੇ ਸਰਦਾਰ ਭਗਤ ਸਿੰਘ ਦਾ ਬਚਪਨ ਚਾਚੀ ਹਰਨਾਮ ਕੌਰ ਕੋਲ ਜ਼ਿਆਦਾ ਗੁਜ਼ਰਿਆ ਸੀਗੇ ਤੇ ਘਰ 'ਚ ਹੀ, ਪਰ ਉਹਨਾਂ ਨੂੰ ਦੇ ਦਿੱਤਾ ਵੀ ਇਹ ਤੇਰਾ ਬੱਚਾ ਆ। ਸਰਦਾਰ ਭਗਤ ਸਿੰਘ ਚਾਚੀ ਹਰਨਾਮ ਕੌਰ ਨੇ ਪਾਲਿਆ, ਔਰ ਉਸ ਗੱਲ 'ਚ ਹੀ ਰੋਜ਼ ਹੀ ਹੋਏ ਕਹਿੰਦੇ ਸੀ ਵੀ ਚਾਚੀ ਕੋਈ ਨਹੀਂ ਤੁਸੀਂ ਰੋ ਨਾ, ਮੈਂ ਚਾਚੇ ਨੂੰ ਲੈ ਕੇ ਆਊਂਗਾ। ਔਰ ਉਹ ਆ ਗਏ 1946 'ਚ ਜਦੋਂ ਡਿਕਲੇਅਰ ਹੋ ਗਿਆ ਤੇ ਅਜੀਤ ਸਿੰਘ ਆ ਗਏ, ਕਿਉਂਕਿ ਨਹਿਰੂ ਨੇ ਫਿਰ ਬਹੁਤ ਕੰਮ ਕੀਤਾ ਸਰ ਕੁਲਤਾਰ ਸਿੰਘ ਹੋਣਾ ਦੇ ਤੇ ਸਰ ਕੁਲਬੀਰ ਸਿੰਘ ਹੋਣਾ ਦੇ ਸਹਿਯੋਗ ਨਾਲ। ਉਹਨਾਂ ਨੇ ਇੱਕ ਕੰਡੀਸ਼ਨ ਤੁੜਵਾ ਲਈ ਔਰ ਨਹਿਰੂ ਨੇ ਆਪਣੇ ਜਿੱਥੇ ਦਿੱਲੀ ਉਹਨਾਂ ਦੀ ਪ੍ਰਾਈਮ ਮਿਨਿਸਟਰ ਲਈ ਰੈਜ਼ੀਡੈਂਸ ਸੀਗੀ ਉੱਥੇ ਉਹਨਾਂ ਨੂੰ ਰੱਖਿਆ ਜੀ। ਤੇ ਉਹ ਕਹਿੰਦੇ ਵੀ ਮੈਂ ਲੈਲਪੁਰ ਜਾਣਾ ਚਾਹੁੰਦਾ ਹਾਂ। ਉਹ ਕਹਿੰਦੇ ਜਾਇਓ, ਫਿਰ ਕੋਈ ਨਹੀਂ। ਜਦੋਂ ਵਾਪਸ ਇੱਥੇ ਆਏ, ਇੱਥੇ ਕਹਿੰਦੇ ਇੰਨਾ ਇਕੱਠ ਹੋਇਆ ਲਾਹੌਰ ਜਦੋਂ ਉਤਰੇ, ਅਜੀਤ ਸਿੰਘ 2 ਲੱਖ ਤੋਂ ਉੱਤੇ ਬੰਦਾ ਸੀਗਾ ਤੇ ਉਹ ਆਪਣੇ ਪਿਆਰੇ ਲੀਡਰ ਨੂੰ ਦੇਖਣਾ ਚਾਹੁੰਦੇ ਸੀਗੇ। ਹਾਂਜੀ, ਫੋਟੋਗ੍ਰਾਫੀ ਹੈ ਜੀ ਇੱਕ ਹੈਗੀ ਆ ਮੇਰੇ ਕੋਲ, ਹੈਗੀਆਂ ਸਾਰੀਆਂ। ਕਿਸੇ ਵੇਲੇ ਜੇ ਤੁਹਾਡਾ ਜੀ ਕਰੂ ਤੇ ਮੈਂ ਲੈ ਆਊਂਗਾ, ਟੀਵੀ ਤੇ ਵੀ ਦਿਖਾ ਦਿਓ। ਤੇ ਉਹ ਫਿਰ ਉਹਨਾਂ ਨੇ ਹਿੰਦੁਸਤਾਨ ਦਾ ਪਹਿਲਾ ਕਨਸਟੀਟਿਊਸ਼ਨ ਉਹਨਾਂ ਨੇ ਲਿਖਿਆ, ਜਿਹੜਾ ਹੁਣ ਬਾਅਦ 'ਚ ਅੰਬੇਦਕਰ ਨੇ ਲਿਖਿਆ ਨਾ, ਉਹ ਸਭ ਤੋਂ ਪਹਿਲਾਂ ਅਜੀਤ ਸਿੰਘ ਨੇ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਲਿਖਿਆ। ਉਹਨਾਂ ਦੀ ਇੰਨੀ ਇੰਟੈਲੀਜੈਂਸ ਸੀਗੀ। ਤੇ
ਆਪਣੀ ਜਦੋਂ ਦੇਖੋ ਜਿਸ ਬੰਦੇ ਦੀ ਕੋਈ ਗੱਲ ਕੁਦਰਤ ਵੱਲੋਂ ਹੀ ਐਸੀ ਹੋਣੀ ਹੁੰਦੀ ਆ ਵੀ ਉਹਨਾਂ ਦੇ ਦਿਲ 'ਚ ਮੁਲਕ ਦੀ ਆਜ਼ਾਦੀ ਲਈ ਇੰਨੀ ਤੜਫ ਸੀਗੀ। ਤੁਸੀਂ ਭੀਸ਼ਮ ਪਿਤਾਮਾ ਸਾਰੇ ਜਾਣਦੇ ਹੋ। ਹਾਂਜੀ ਹਾਂਜੀ ਇੱਕ ਆਪਣੀ ਮੈਥੋਲੋਜੀ 'ਚ ਆਉਂਦਾ ਆ ਭੀਸ਼ਮ ਪਿਤਾਮਾ, ਮਹਾਭਾਰਤ 'ਚ ਵੀ ਭੀਸ਼ਮ ਪਿਤਾਮਾ ਨੇ ਇਹ ਵਰ ਮੰਗਿਆ ਹੋਇਆ ਸੀਗਾ ਵੀ ਜਾਣਾ ਤੇ ਹਰਕ ਨਹੀਂ ਹੈ, ਜੋ ਵੀ ਆਇਆ ਇੱਥੇ ਉਹਨੇ ਚਲੇ ਜਾਣਾ, ਪਰ ਉਹਨੇ ਇਹ ਵਰ ਮੰਗਿਆ ਸੀ ਵੀ ਜਾਊਂਗਾ ਮੈਂ ਉਦੋਂ ਜਦੋਂ ਮੇਰਾ ਜੀਅ ਕਰੂਗਾ। ਤੇ ਉਹ ਗੱਲ ਤੇ ਹੁਣ ਸਾਨੂੰ ਮੈਥੋਲੋਜੀ ਦੀ ਆ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਉਹਦਾ ਅਸਲੀ ਰੈਕਡ ਤੇ ਸਾਡੇ ਕੋਲ ਹੈ ਨਹੀਂ ਗਾ, ਪਰ ਇਹ ਗੱਲ ਹੈ ਵੀ ਉਹ ਗਏ, ਆਪਣੀ ਮਰਜ਼ੀ ਨਾਲ ਗਏ। ਜੇ ਹੁਣ ਮੈਂ ਅਸਲੀਅਤ ਦੀ ਗੱਲ ਦੱਸਾਂ, ਸਾਡੇ ਪਰਿਵਾਰ ਦੀ ਗੱਲ ਦੱਸਾਂ ਵੀ ਸਰਦਾਰ ਅਜੀਤ ਸਿੰਘ ਉੱਧਰੋਂ ਹਿੰਦੁਸਤਾਨ ਆਜ਼ਾਦ ਹੋਇਆ, ਨਹਿਰੂ ਦੀ ਸਪੀਚ ਸੁਣੀ, 2 ਘੰਟੇ ਬਾਅਦ ਉਹ ਜੈ ਹਿੰਦ ਕਹਿ ਕੇ ਤੇ ਉਹ ਪ੍ਰਾਣ ਤਿਆਗ ਗਿਆ। ਸਿਰਫ ਉਹਨਾਂ ਨੇ ਇੱਕ ਆਪਣੀ ਚਾਚੀ ਹਰਨਾਮ ਕੌਰ ਦੇ ਪੈਰਾਂ ਨੂੰ ਹੱਥ ਲਾਇਆ। ਉਹ ਕਹਿੰਦੇ ਵੀ ਸਰਦਾਰ ਜੀ ਇਹ ਕੀ ਕਰਨ ਲੱਗੇ ਆ। ਦੇਖੋ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਉਹ ਕਹਿੰਦੇ ਮੈਂ ਤੇਰੇ ਨਾਲ ਸ਼ਾਦੀ ਕੀਤੀ ਸੀ, ਮੈਂ ਤੈਨੂੰ ਵਿਆਹ ਕੇ ਲਿਆਇਆ ਸੀ, ਪਰ ਮੈਂ ਤੇਰੀ ਸੇਵਾ ਨਹੀਂ ਕਰ ਸਕਿਆ। ਇਹ ਮੇਰੇ ਦਿਲ 'ਚ ਬੜੀ ਰੰਜਿਸ਼ ਹੈ ਇਸ ਗੱਲ ਦੀ। ਕੀ ਬਾਤ। ਤੇ ਮੈਂ ਹੁਣ ਮੇਰਾ ਚੱਲ ਜਾਣਾ। ਉਹ ਕਹਿੰਦੇ ਨਹੀਂ ਤੁਸੀਂ ਇੱਦਾਂ ਨਾ ਕਰੋ। ਉਹਦੇ ਮਗਰ ਇੱਕ ਹੋਰ ਵੀ ਕੋਈ ਗੱਲ ਹੈਗੀ ਆ, ਉਹ ਡਾਕਟਰਾਂ ਨੇ ਵੀ ਮਨਾ ਕਰ ਦਿੱਤਾ। ਕੁਲਤਾਰ ਤੇ ਕੁਲਬੀਰ ਉੱਥੇ ਸੀ ਉਸ ਵੇਲੇ, ਤੇ ਉਹਨਾਂ ਨੂੰ ਕਿਹਾ ਵੀ ਜਾਓ ਬੰਦੇ ਕੋਈ ਜਰਨਲਿਸਟ ਲੈ ਆਓ, ਮੈਂ ਸਟੇਟਮੈਂਟ ਦੇਣੀ ਆ। ਕਿਉਂਕਿ ਹੁਣ ਮੇਰਾ ਟਾਈਮ ਬਹੁਤ ਥੋੜ੍ਹਾ ਰਹਿ ਗਿਆ। ਤੇ ਉਹ ਬਾਹਰ ਡਾਕਟਰ ਕਹਿੰਦਾ ਵੀ ਡਾਕਟਰ ਡੂਟ ਨਾ ਲਿਆਇਓ, ਐਵੇਂ ਐਕਸਾਈਟ ਹੋ ਗਏ ਤੇ ਕਿਤੇ ਇਹਨਾਂ ਨੂੰ ਕੁਛ ਹੋ ਨਾ ਜਾਵੇ। ਤੇ ਉਹਨਾਂ ਨੂੰ ਵੀ ਲੱਗਾ ਵੀ ਸਾਡੇ ਚਾਚੇ ਜੀ ਦੀ ਗੱਲ ਆ, ਸਿਹਤ ਦੀ ਗੱਲ ਆ, ਉਹ ਵੀ ਨਾ ਲਿਆ। ਤੇ ਉਹਨਾਂ ਨੂੰ ਪਤਾ ਲੱਗ ਗਿਆ। ਉਹ ਕਹਿੰਦੇ ਚੰਗਾ ਫੇ ਜੇ ਨਾ ਤੁਸੀਂ ਨਹੀਂ ਲਿਆਉਣਾ ਚਾਹੁੰਦੇ ਤੇ ਯੂ ਵਿਲ ਹੈਵ ਟੂ ਫੇਸ ਦੀ ਹਿਸਟਰੀ। ਅੱਛਾ, ਗਾਂ ਦੀਆਂ ਨਸਲਾਂ ਤੁਹਾਨੂੰ ਪੁੱਛਣਗੀਆਂ। ਤੇ ਉਹ ਉਹਨਾਂ ਦੀ ਉੱਧਰ ਹਿੰਦੁਸਤਾਨ ਦੀ ਆਜ਼ਾਦੀ ਦੇ ਤਿਰੰਗੇ ਲਹਿਰਾ ਰਹੇ ਸੀਗੇ। ਤੇ ਉਹ ਇੱਕ ਐਸਾ ਭੀਸ਼ਮ ਪਿਤਾਮਾ ਸੀ ਹਿੰਦੁਸਤਾਨ ਦੀ ਆਜ਼ਾਦੀ ਦਾ ਵੀ ਜਿਹਦੀ ਉਸ ਵੇਲੇ ਸੰਸਕਾਰ ਹੋ ਰਿਹਾ ਸੀ। ਹਿੰਦੁਸਤਾਨ ਦਾ ਤਿਰੰਗਾ ਜਿਹੜਾ ਸੀ ਉਹਦੇ ਉੱਤੇ ਪਾਇਆ ਗਿਆ ਸੀ ਕਫਨ ਦੇ ਤੌਰ। ਕਿੰਨੀ ਉਮਰ ਸੀ ਉਦੋਂ ਚਾਚਾ ਜੀ ਸਿੰਘ? He was only 67. You will be surprised to know that. ਬਹੁਤ ਕੰਮ ਕੀਤਾ ਉਹਨਾਂ ਨੇ। ਉਹ ਇਸੇ ਦਿਨ ਰਾਤ ਇਸੇ ਕੰਮਾਂ 'ਚ 38 ਸਾਲ ਉਹਨਾਂ ਨੇ ਲਾ ਦਿੱਤੇ। ਉਹਨਾਂ ਨੂੰ ਹੋਰ ਕੋਈ ਗੱਲ ਹੀ ਨਹੀਂ ਸੀ ਆਉਂਦੀ। ਲੋਕਾਂ ਨੂੰ ਤਿਆਰ ਕਰਕੇ, ਤੁਹਾਨੂੰ ਪਤਾ ਨਾ ਦੇਸ਼ ਭਗਤ ਹਾਲ ਦਾ ਜਿਹੜਾ ਇੰਚਾਰਜ ਹੁੰਦਾ ਸੀ ਭਗਤ ਸਿੰਘ ਬੇਗਾ, ਉਹ ਉਹਨਾਂ ਨੇ ਭੇਜਿਆ ਸੀਗਾ। ਉਹਨਾਂ ਨੇ ਤਿਆਰ ਕਰਕੇ ਭੇਜਿਆ ਸੀਗਾ। ਉਹ ਵੀ ਭਗਤ ਸਿੰਘ ਸੀਗਾ। ਇੱਕ ਭਗਤ ਸਿੰਘ ਨੇ ਸਾਨੂੰ ਸ਼ਹੀਦੀ ਦੇਣੀ ਦੱਸੀ, ਸਾਨੂੰ ਮਰਨਾ ਦੱਸਿਆ ਵੀ ਮਰਨਾ ਕਿੱਦਾਂ ਚਾਹੀਦਾ, ਤੇ ਦੂਜੇ ਭਗਤ ਸਿੰਘ ਨੇ ਸਾਨੂੰ ਇਹ ਦੱਸਿਆ ਵੀ ਜੀਣਾ ਕਿੱਦਾਂ ਚਾਹੀਦਾ। ਇਹ ਉਹਦਾ ਹੀ ਰਿਫਲੈਕਸ਼ਨ ਸੀਗਾ। ਉਹਨਾਂ ਦੀ ਬਹੁਤ ਲੰਬੀ ਉਮਰ ਸੀ ਜੀ। ਹਾਂਜੀ, ਬਹੁਤ ਲੰਬੀ ਉਮਰ ਸੀ। ਔਰ ਦੇਖੋ ਸਾਹਿਬ ਭਗਤ ਸਿੰਘ ਨੇ ਇਹ ਬੜੀ ਛੋਟੀ ਉਮਰ 'ਚ ਇਹ ਮਹਿਸੂਸ ਕਰ ਲਿਆ ਬਈ ਮਰਨਾ ਤੇ ਹਰਕ ਨਹੀਂ ਆ। ਜੇ ਮਰਨਾ ਹੀ ਹਰਕ ਨੇ ਆ ਤੇ ਅਣਖ ਨਾ ਮਰੋ, ਤੇ ਉਹ ਇੱਦਾਂ ਦਾ ਮਰੋ ਵੀ ਜਿਹੜਾ ਦੁਨੀਆ ਯਾਦ ਰੱਖੇ। ਔਰ ਉਹ ਇਸ ਗੱਲ ਤੋਂ ਇਹ ਪੈਦਾ ਹੋਈ ਸੀ ਵੀ ਉਹ ਕਾਲਜ ਦੇ ਵਿੱਚ ਕਲਾਸ ਲੱਗੀ ਹੋਈ ਸੀ ਹਿਸਟਰੀ ਦੀ, ਤੇ ਹਿਸਟਰੀ ਦੀ ਕਲਾਸ ਦੇ ਵਿੱਚ ਜਿਹੜਾ ਟੀਚਰ ਸੀ ਉਹ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ ਗੱਲ ਕਰ ਰਿਹਾ ਸੀਗਾ। ਭਾਈ ਪਰਮਾਨੰਦ ਸੀ। ਭਾਈ ਪਰਮਾਨੰਦ। ਔਰ ਭਾਈ ਪਰਮਾਨੰਦ ਉਹ ਸੀਗੇ ਭਾਈ ਮਤੀ ਦਾ ਜਿਹੜੇ ਗੁਰੂ ਤੇਗ ਬਹਾਦਰ ਨਾਲ ਗਏ ਸੀਗੇ ਨਾ ਦਿੱਲੀ, ਉਹ ਉਹਨਾਂ ਦੇ ਪਰਿਵਾਰ ਚੋਂ ਸੀ। ਉਹਨਾਂ ਦੇ ਵੀ 45 ਸ਼ਹੀਦ ਇੱਕ ਪਰਿਵਾਰ ਦੇ ਵਿੱਚ। ਹਾਂ, ਤੇ ਉਹ ਭਾਈ ਪਰਮਾਨੰਦ ਨੂੰ ਜਦੋਂ ਪੀਰੀਅਡ ਓਵਰ ਹੋ ਗਿਆ, ਕਲਾਸ ਸਾਰੀ ਚਲੀ ਗਈ, ਤੇ ਸਭ ਭਗਤ ਸਿੰਘ ਖੜੇ ਰਹਿ ਗਏ। ਉਹ ਕਹਿੰਦੇ ਭਗਤ ਸਿੰਘ ਤੈਨੂੰ ਕੀ ਗੱਲ ਬਈ ਤੂੰ ਵੀ ਨਹੀਂ ਜਾਂਦਾ, ਛੁੱਟੀ ਹੋ ਗਈ ਆ। ਉਹ ਕਹਿੰਦੇ ਮੈਨੂੰ ਇਹ ਗੱਲ ਦੱਸੋ ਜਿਹੜਾ ਤੁਸੀਂ ਉਹ ਸ਼ਬਦ ਬੋਲਿਆ ਸੀ ਨਵੀਂ ਪਾਤਸ਼ਾਹੀ ਦਾ, ਮੇਰੀ ਬਹੁਤੀ ਮਹਾਰਤ ਨਹੀਂ ਗੀ, ਮੇਰਾ ਖਿਆਲ ਆ ਵੀ ਉਹ ਇੱਦਾਂ ਸੀਗਾ ਵੀ ਬਲ ਚੁਟਕਿਓ ਬੰਧਨ ਹੁਆ ਕੁਛ ਨਾ ਹੋ ਤੇ ਉਪਾਏ। ਤੇ ਦੂਜੀ ਲਾਈਨ 'ਚ ਉਹਦੀ ਦੂਜੀ ਪੰਕਤੀ 'ਚ ਉਹਦਾ ਜਵਾਬ ਆ ਵੀ ਬਲ ਹੁਆ ਬੰਧਨ ਛੁਟੇ ਸਭ ਕੁਛ ਹੋ ਤੇ ਉਪਾਏ। ਉਹ ਫਿਰ ਸਾਹਿਬ ਭਗਤ ਸਿੰਘ ਨੇ ਇਸ ਗੱਲ ਨੂੰ ਬਹੁਤ ਸੋਚਿਆ, ਤੇ ਉਹਨਾਂ ਨੂੰ ਫਿਰ ਖਿਆਲ ਆਇਆ ਭਗਤ ਸਿੰਘ ਇੱਕ ਹੰਸ ਦੀ ਤਰ੍ਹਾਂ ਸੀ, ਜਿਹੜਾ ਕਿ ਕਿਸੇ ਲੇਕ ਦੇ ਵਿੱਚ ਥੱਲੇ ਜਾ ਕੇ
ਸਾਡੇ ਵਰਗੇ ਡੱਡੂ ਤੇ ਚਿਕੜੀ ਖਾਈ ਜਾਂਦੇ ਆ, ਤੇ ਉਹਨਾਂ ਨੇ ਇਹ ਜਿਹੜਾ ਹੰਸ ਹੁੰਦਾ ਉਹ ਮੋਤੀ ਚੁਗ ਲਿਆਉਂਦਾ। ਉਹ ਡਿਸਕਵਰੀ ਚੈਨਲ 'ਚ ਵੀ ਕਿਸੇ ਨੇ ਇਹਦਾ ਗੱਲ ਕੀਤੀ ਸੀਗੀ, ਡਿਸਕਵਰੀ ਚੈਨਲ 'ਚ ਮੈਂ ਸੁਣਿਆ ਸੀਗਾ ਵੀ ਉਹ ਜਿਹੜਾ ਹੰਸ ਹੁੰਦਾ ਉਹਦੇ ਇੱਥੇ ਕੋਈ ਫਿਲਟਰ ਲੱਗਾ ਹੁੰਦਾ, ਤੇ ਉਹ ਫਿਲਟਰ 'ਚ ਉਹ ਮੋਤੀ ਕੱਢ ਲੈਂਦਾ, ਤੇ ਜਿਹੜਾ ਉਹਦਾ ਜਿਹੜਾ ਹੁੰਦਾ ਨਾ ਗਾਰਾ ਉਹ ਸਪਿਟ ਆਊਟ ਕਰ ਦਿੰਦਾ। ਵਾਹ, ਹਾਂਜੀ। ਤੇ ਉਹ ਹਾਂ ਤੇ ਉਹ ਭਗਤ ਸਿੰਘ ਉਹ ਹੰਸ ਸੀਗਾ ਜਿਹਨੇ ਉਸ ਮੋਤੀ ਨੂੰ ਕੱਢਿਆ। ਹੁਣ ਅਸੀਂ ਸਾਰੇ ਸੁਣਦੇ ਆ, ਬਾਲੂਆ ਬੰਦੇ ਨੇ ਛੁੜੇ, ਅਸੀਂ ਸਾਰੇ ਕਰੀ ਜਾਂਦੇ ਹਾਂ, ਉੱਦਾਂ ਹੀ ਜਾਪ ਕਰੀ ਜਾਂਦੇ ਹਾਂ, ਸਾਨੂੰ ਪਤਾ ਹੀ ਨਹੀਂ ਵੀ ਇਹਦਾ ਮਤਲਬ ਕੀ ਆ। ਉਹਨਾਂ ਨੇ ਇਹ ਮਤਲਬ ਲੱਭਿਆ। ਵਾਹ। ਇਸੇ ਕਰਕੇ ਫਿਰ ਬਈ ਮੈਂ ਇੰਨੀ ਆਪਣੇ ਅੰਦਰ ਮਨੋਬਲ ਪੈਦਾ ਕਰਾਂ, ਇੰਨਾ ਮਨੋਬਲ ਪੈਦਾ ਕਰਾਂ ਬਈ ਜਿਸ ਸਾਮਰਾਜ ਨੇ ਇਹ ਕਿਹਾ ਹੋਇਆ ਵੀ ਮੇਰੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ, ਸਾਹਿਬ ਭਗਤ ਸਿੰਘ ਨੇ ਉਸ ਪ੍ਰੋਸੈਸ ਨੂੰ 1931 ਦੀ ਜਿਹੜੀ ਸ਼ਹਾਦਤ ਆ ਉਹ ਤੋਂ ਬਾਅਦ ਉਹਨਾਂ ਨੂੰ ਇਹ ਖਿਆਲ ਹੋ ਗਿਆ ਵੀ ਹੁਣ ਸਾਡੇ ਕੋਲ ਹੋਰ ਟਾਈਮ ਹੈ ਨਹੀਂ, ਹੁਣ ਅਸੀਂ ਬੋਰੀਆ ਬਿਸਤਰਾ ਬਣੀਏ। ਹੁਣ ਐਸੀ ਹੋ ਗਈ ਉਹਨਾਂ ਦੇ ਸਾਮਰਾਜ ਸੂਰਜ ਚੜ੍ਹਦਾ ਹੀ ਨਹੀਂ ਉਹਨਾਂ ਦੇ ਮੁਲਕ 'ਚ ਕਈ ਵਾਰੀ 6-6 ਮਹੀਨੇ। ਉਹ ਸਾਮਰਾਜ ਨਾਲ ਟੱਕਰ ਲਈ, ਧਰਤੀ ਦੇ ਸਭ ਤੋਂ ਵੱਡੇ ਸਾਮਰਾਜ ਨਾਲ ਟੱਕਰ ਲਈ ਜਿਹਦੇ ਰਾਜ ਸੂਰਜ ਨਹੀਂ ਛਿਪਦਾ। ਔਰ ਉਸ ਇੱਕੋ ਬੰਦੇ ਨੇ, ਔਰ ਉਹ ਇਸ ਸ਼ਬਦ ਤੋਂ ਹੈ ਜੀ। ਉਹ ਬਹੁਤ ਵੱਡੇ ਬੰਦੇ ਸੀ। ਕਿਸੇ ਨੇ ਪੁੱਛਿਆ ਤੁਹਾਡਾ ਨਾਂ ਕੀ ਹੈ, ਉਹ ਕਹਿੰਦਾ ਮੈਨੂੰ ਭਗਤ ਰਾਮ ਦੱਤ ਕਹਿ ਲਓ, ਜੋ ਮਰਜ਼ੀ ਕਹਿ ਲਓ। ਹਾਂਜੀ, ਕਿੰਨੇ ਵੱਡੇ ਮਨੁੱਖ ਸੀ, ਕਿੰਨੀਆਂ ਛੋਟੀਆਂ ਕੰਧਾਂ ਦੇ ਉੱਪਰ ਉੱਠੇ ਹੋਏ ਮਨੁੱਖ ਸੀ। ਉਹਨਾਂ ਦੀ ਸਿਫਤ ਕਰਦੇ ਕਰਦੇ ਤੇ ਮੈਨੂੰ ਕਈ ਵਾਰੀ ਬਹੁਤ ਟਾਈਮ ਲੱਗ ਜਾਂਦਾ ਆ। ਗੱਲਾਂ ਵੀ ਕਈ ਵਾਰੀ ਐਸੀਆਂ ਹੁੰਦੀਆਂ ਵੀ ਜੇ ਕੋਈ ਪੁੱਛੇ ਤਾਂ ਫਿਗਾਂ ਨਿਕਲਦੀਆਂ। ਦੇਖੋ, ਉਹਨਾਂ ਦੀਆਂ 3 ਗੱਲਾਂ ਮੈਨੂੰ ਬਹੁਤ ਖਾਸ ਲੱਗਦੀਆਂ ਜਿਹੜੀਆਂ ਉਹਨਾਂ ਨੂੰ ਕੁਦਰਤ ਵੱਲੋਂ ਮਿਲੀਆਂ ਸੀਗੀਆਂ। ਇੱਕ ਤਾਂ ਸੀ ਵੀ ਉਹ ਬਹੁਤ ਸੋਹਣੇ ਸੀਗੇ। ਸੋਹਣੇ ਦਾ ਮਤਲਬ ਵੀ ਜਿਹੜਾ ਹਰ ਇੱਕ ਬੰਦੇ ਨੂੰ ਅਟਰੈਕਟ ਕਰਦਾ ਹੋਵੇ। ਅਤੇ ਦੂਜਾ ਉਹ ਬੜੇ ਇੰਟੈਲੀਜੈਂਟ ਸੀਗੇ, ਕੁਦਰਤ ਤੋਂ ਹੀ ਬੜਾ ਇੰਟੈਲੀਜੈਂਟ ਬੰਦਾ ਸੀਗਾ। ਅਤੇ ਤੀਜਾ ਉਹਨਾਂ 'ਚ ਕੋਈ ਕਿਸੇ ਨਾਲ ਵੈਰ ਵਿਰੋਧ ਨਹੀਂ ਸੀਗਾ। ਇਹ ਕੁਦਰਤੀ ਉਹਨਾਂ ਦੀਆਂ ਪਰਸਨੈਲਿਟੀ 'ਚ ਡਿਵੈਲਪ ਹੋਈਆਂ ਸੀ ਗੱਲਾਂ। ਅਤੇ ਇਸੇ ਕਰਕੇ ਉਹਨਾਂ ਨੇ ਫਿਰ ਇਹਨਾਂ ਗੱਲਾਂ ਤੋਂ ਹੀ ਆਪਣੇ ਜੀਵਨ 'ਚ ਡਰ 'ਤੇ ਫਤਿਹ ਪਾ ਲਈ, ਕ੍ਰੋਧ 'ਤੇ ਫਤਿਹ ਪਾ ਲਈ, ਹੰਕਾਰ ਤੇ ਫਤਿਹ ਪਾ ਲਈ। ਉਹ ਕਹਿੰਦੇ ਆ ਵੀ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ। ਉਹ ਅਸਲੀ ਜੀਵਨ ਜਿਉ ਕੇ ਵਿਖਾ ਕੇ ਭਗਤ ਸਿੰਘ ਅਸਲੀ। ਔਰ ਉਹ ਇਸੇ ਕਰਕੇ ਹੀ ਜਿਹੜਾ ਫੈਜ਼ ਅਹਿਮਦ ਫੈਜ਼ ਸ਼ਾਇਰ ਹੋਇਆ, ਉਹ ਕਹਿੰਦਾ ਜਿਸ ਦਜ ਸੇ ਕੋਈ ਮਕਤਲ ਮੇ ਗਿਆ, ਜਿਹੜਾ ਜਿੱਦਾਂ ਸੋਹਣੇ ਕੱਪੜੇ ਪਾ ਕੇ ਸਜ ਧਜ ਕੇ ਕਿਤੇ ਜਾਂਦਾ, ਕਹਿੰਦਾ ਜਿਸ ਦਜ ਸੇ ਕੋਈ ਮਕਤਲ ਮੇ ਗਿਆ, ਜਿੱਥੇ ਬੰਦੇ ਕਤਲ ਦੇ ਮਕਤਲ, जिस दर्द से कोई मकतल में गया वो शान सलामत रहती है, ये जान तो आनी जानी है, इस जान की कोई बात नहीं। ਤੁਸੀਂ ਇਹ ਦੇਖੋ ਵੀ ਜਦੋਂ ਸਰਦਾਰ ਜੀਤ ਸਿੰਘ ਪਗੜੀ ਸੰਭਾਲ ਜੱਟਾਂ ਅੰਦੋਲਨ ਸ਼ੁਰੂ ਕਰਦੇ ਆ, ਉਦੋਂ ਭਗਤ ਸਿੰਘ ਦਾ ਜਨਮ ਹੁੰਦਾ। ਬਿਲਕੁਲ ਉਦੋਂ ਜੇਲ੍ਹ ਸੀ ਜੀ। ਉਹ ਸਰਦਾਰ ਭਗਤ ਸਿੰਘ ਦੀ ਜੇਲ੍ਹ ਸੀ, ਲਾਲਾ ਲਾਜਪਤ ਰਾਏ ਇਹ ਮਾਂਡਲੇ ਦੀ ਜੇਲ੍ਹ ਸੀ ਨਾ, ਉਹਨਾਂ ਦਿਨਾਂ 'ਚ ਭਗਤ ਸਿੰਘ ਦਾ ਜਨਮ ਹੁੰਦਾ। ਦੇਖੋ ਕਿੱਦਾਂ ਹਿਸਟਰੀ ਦੇਖੋ ਕਿੱਦਾਂ ਬਣਦੀ। ਦੇਖੋ ਕਿੱਦਾਂ ਉਸੇ ਸਾਲ ਦੇ ਵਿੱਚ ਭਗਤ ਸਿੰਘ ਦਾ ਜਨਮ ਹੁੰਦਾ। ਹਾਂ, ਔਰ ਇਸੇ ਕਰਕੇ ਨਾਂ ਘਰਦਿਆਂ ਨੇ ਭਗਤ ਰੱਖ ਦਿੱਤਾ ਸੀ। ਹਾਂਜੀ ਇਹ ਕੋਈ ਭਗਤ ਬੰਦਾ। ਇਹ ਜਿਹੜੀ ਸਰਦਾਰ ਭਗਤ ਸਿੰਘ ਹੋਰੀ ਢਿੱਲੋਂ ਸਾਹਿਬ ਸਾਡੇ ਵਾਸਤੇ ਉਹ ਬੁੱਕ ਦਾ ਪੇਜ ਮੋੜ ਕੇ ਗਏ ਜਾਂਦੇ ਹੋਏ, ਉਹਦੇ ਉੱਤੇ ਤੁਸੀਂ ਦੱਸੋ ਥੋੜਾ ਜਿਹਾ ਕੀ ਗੱਲ ਸੀ, ਉਹ ਕਿਉਂ ਮੋੜ ਕੇ ਗਏ ਸੀ? ਅਸੀਂ ਸਹੁੰ ਪਾਤੀ ਵੀ ਅਸੀਂ ਪੜ੍ਹਨਾ ਨਹੀਂ। ਆਪਾਂ ਇੰਟਰਪ੍ਰੈਟ ਹੀ ਕਰ ਸਕਦੇ ਹਾਂ ਜੀ ਬਈ ਉਹ ਪੜ੍ਹ ਰਹੇ ਸੀ ਉਸ ਵੇਲੇ। ਉਹਨਾਂ ਨੇ ਐਕਚੁਅਲੀ ਜਿਹੜਾ ਉਹਨਾਂ ਨੂੰ ਵਕੀਲ ਆਇਆ ਸੀ ਨਾ, ਉਹਨਾਂ ਨੂੰ 2-4 ਦਿਨ ਪਹਿਲਾਂ ਪੁੱਛਣ ਬਈ ਜੀ ਅਪੀਲ ਕਰਨੀ ਹੈ ਜੀ, ਉਹ ਹੈ ਉਹਨਾਂ ਨੇ ਲਿਖ ਕੇ ਦਿੱਤੀ ਸੀਗੀ ਵੀ ਆਹ ਲੈਨਨ ਦੀ ਆਟੋਬਾਇਓਗ੍ਰਾਫੀ ਮੈਨੂੰ ਲਿਆ ਕੇ ਦੇ। ਉਹਨਾਂ ਨੇ ਲਾਲਾ ਦਵਾਰਕਾ ਦਾਸ ਲਾਇਬ੍ਰੇਰੀ ਉੱਥੇ ਲਾਹੌਰ 'ਚ ਉੱਥੋਂ ਲਿਆ ਕੇ ਦਿੱਤੀ ਸੀਗੀ। ਉਹ ਪੜ੍ਹ ਰਹੇ ਸੀਗੇ, ਦਿਨ ਬੜੇ ਥੋੜ੍ਹੇ ਰਹਿ ਗਏ ਸੀ ਅਤੇ ਉਹ ਬੜੀ ਸ਼ਿੱਦਤ ਨਾਲ ਪੜ੍ਹੀ ਜਾ ਰਹੇ ਸੀਗੇ। ਅਤੇ ਜਦੋਂ ਆ ਕੇ ਉਹਨੇ ਜਿਹੜਾ ਮੈਸੇਂਜਰ ਸੀਗਾ ਜਿਹਨੇ ਕਹਿਣਾ ਸੀ ਵੀ ਹੁਣ ਟਾਈਮ ਇਜ਼ ਓਵਰ, ਲੈਟਸ ਗੋ, ਅਤੇ ਉਦੋਂ ਪੜ੍ਹ ਰਹੇ ਸੀਗੇ। ਉਹਨਾਂ ਨੇ ਇਹ ਵੀ ਕਿਹਾ ਨਾਲ, ਕਹਿੰਦੇ ਵੇਟ ਏ ਮਿਨਟ, ਇਹ ਰੈਵੋਲੂਸ਼ਨਰੀ ਮੀਟਿੰਗ ਅਨਦਰ ਰੈਵੋਲੂਸ਼ਨਰੀ। ਜਦੋਂ ਫਾਂਸੀ ਦੇ ਵਾਸਤੇ ਸੱਦਾ ਪੱਤਰ ਆ ਗਿਆ ਨਾ,
ਤਾਂ ਉਹਨਾਂ ਨੂੰ ਜਦੋਂ ਜਲਾਦ ਰੈਡੀ ਸੀ ਲੈਣ ਆ ਗਏ, ਉਹ ਕਹਿੰਦੇ ਵੀ 1 ਮਿੰਟ ਖੜ ਜਾਓ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀ ਨਾਲ ਗੱਲ ਦਾ ਵਾਰਤਾਲਾਪ ਚੱਲਦਾ, 2 ਮਿੰਟ ਦਿਓ ਮੈਨੂੰ। ਹਾਂ ਉਹ ਪਹਿਰਾ ਪੂਰਾ ਨਹੀਂ ਸੀ ਹੋਇਆ, ਪਹਿਰਾ ਪੂਰਾ ਨਹੀਂ ਸੀ ਹੋਇਆ। ਉਹ ਜਦੋਂ ਪੂਰਾ ਹੋ ਗਿਆ, ਪੂਰਾ ਕਰ ਲੈਣਾ, ਜਦੋਂ ਪੂਰਾ ਹੋ ਗਿਆ ਤੇ ਫੇਰ ਬੜੇ ਖੁਸ਼ ਹੋ ਕੇ ਕਹਿੰਦੇ ਮੈਂ ਹੁਣ ਪਾ ਲਈ ਆ। ਪਰ ਉਹ ਪੇਜ ਜਿਹੜਾ ਉੱਥੇ ਪੇਜ ਮੋੜ ਦਿੱਤਾ ਉਹਦਾ। ਮੈਂ ਨਾ ਹੁਣ ਸਾਨੂੰ ਇੰਟਰਪ੍ਰੀਟ ਕਰਨਾ ਪੈਣਾ, ਉਹ ਸਾਡੇ ਲਈ ਮੋੜਿਆ ਸੀ, ਤੁਸੀਂ ਪੜਿਓ ਕਿ ਮੈਂ ਦੁਬਾਰਾ ਆਊਂਗਾ ਫਿਰ ਮੈਂ ਫਿਰ ਦੁਬਾਰਾ। ਅਸਲ ਤਾਂ ਪੇਜ ਉਹ ਮੋੜਦਾ ਹੁੰਦਾ ਜਿਹਨੇ ਵਾਪਸ ਆ ਕੇ ਪੜ੍ਹਨਾ। ਰਾਈਟ ਨਹੀਂ ਤਾਂ ਇੱਥੇ ਕਿਸੇ ਨੂੰ ਆਖਰੀ ਖਾਸ਼ ਪੁੱਛਣੀ ਹੋਵੇ ਤਾਂ ਬੜਾ ਕੁਝ ਦੱਸਦਾ ਹੈ। ਉਹਨਾਂ ਨੇ ਇਹੀ ਕਿਹਾ ਕਿ ਮੇਰਾ ਮੁਲਕ ਆਜ਼ਾਦ ਹੋਣਾ ਚਾਹੀਦਾ। ਦੇਖੋ ਜੀ, ਇਹ ਗੱਲ ਤੁਸੀਂ ਜਿਹੜੀ ਕਹਿ ਰਹੇ ਹੋ ਠੀਕ ਵੀ ਹੋ ਸਕਦੀ ਆ, ਔਰ ਹੈ ਵੀ, ਮੈਨੂੰ ਵੀ ਲੱਗਦਾ ਇਦਾਂ ਹੀ ਆ, ਕਿਉਂਕਿ 1930-31 ਦੇ ਵਿੱਚ ਜਦੋਂ ਜੇਲ੍ਹ ਦੇ ਵਿੱਚ ਸੀਗੇ, ਉਹਨਾਂ ਨੇ ਇਹ ਗੱਲ ਕਹੀ ਸੀਗੀ, ਅੰਗਰੇਜ਼ੀ 'ਚ ਉਹਨਾਂ ਨੇ 2-3 ਲਫ਼ਜ਼ 2-3 ਫਿਕਰੇ ਬੋਲੇ ਸੀ, ਉਹ ਮੈਂ ਤੁਹਾਨੂੰ ਦੱਸ ਦੇਣਾ। ਆਪਣੇ ਸਾਥੀ ਨਾਲ ਉਹਨਾਂ ਨੇ ਗੱਲ ਕੀਤੀ ਸੀ, ਉਹ ਕਹਿੰਦੇ ਬਈ ਆਈ ਹੈਵ ਨੋ ਡਾਊਟ ਦੀ ਫੋਰਨ ਰੂਲਰ ਵਿਲ ਬੀ ਗੋਨ ਬਿਟਵੀਨ 15 to 20 years। 15 ਤੋਂ 20 ਸਾਲ ਦੇ ਵਿੱਚ, ਜੇ 1930 ਦੇ ਵਿੱਚ ਤੁਸੀਂ 15 ਤੇ 20 ਸਾਲ ਦੀ ਐਵਰੇਜ ਕੱਢੋ ਤੇ 47 ਬਣ ਜਾਂਦੀ ਹੈ। ਅੱਛਾ, ਇਹ 15 ਤੋਂ 20 ਸਾਲ ਦੇ ਵਿੱਚ ਕਹਿੰਦੇ ਦੇ ਵਿਲ ਬੀ ਗੋਨ ਦੀ ਰੂਲਰਸ ਦੈਟ ਵਿਲ ਰਿਪਲੇਸ, ਜਾਨੀ ਕਾਲੇ ਅੰਗਰੇਜ਼ ਆਉਣਗੇ, ਜਿਹੜੇ ਵੀ ਮਰਜ਼ੀ ਲਾ ਲਓ, ਹੁਣ ਮੈਨੂੰ ਨਹੀਂ ਪਤਾ। ਦੀ ਰੂਲਰਸ ਦੈਟ ਵਿਲ 1931 ਤੋਂ 15 ਸਾਲ ਹੀ ਬਣਦੇ ਆ। ਹਾਂ, ਦੀ ਰੂਲਰਸ ਦੈਟ ਵਿਲ ਰਿਪਲੇਸ them ਵਿਲ ਬੀ 100 times worse than these। ਇਹ ਉਹਨਾਂ ਨੇ ਅੰਗਰੇਜ਼ਾਂ ਤੋਂ ਕਾਲੇ ਅੰਗਰੇਜ਼ 100 ਗੁਣਾ ਮਾੜਾ ਹੋਣਗੇ, ਮਾੜੇ ਹੋਣਗੇ। ਫਿਰ ਤੀਜਾ ਫਿਕਰਾ ਪਤਾ ਕੀ ਲਿਖਿਆ ਬਈ many years will pass in anarchy। ਅਨਾਰਕੀ ਦਾ ਮਤਲਬ ਲਾਲੈਸਨੈਸ, ਧੀਆਂ ਭੈਣਾਂ ਦੀ ਬੇਇੱਜ਼ਤੀ, ਬੇਹਰਮਤੀ, ਸਾਰਾ ਕੁਝ ਜੋ ਵੀ ਹੋ ਰਿਹਾ, ਕਰਪਸ਼ਨ, ਜਿੱਦਾਂ ਵੀ ਤੁਹਾਨੂੰ ਪਤਾ ਹੀ ਆ। ਤੇ ਫਿਰ ਅਖੀਰ 'ਚ ਦੈਨ ਵਾਟ ਹੈਪਨ, ਕਹਿੰਦੇ ਇਹ ਨਹੀਂ ਵੀ ਮੈਂ ਆ ਜਾਊਂਗਾ, ਮੇਰਾ ਰਾਜ ਆ ਜਾਊਗਾ, ਆਹ ਹੋ ਜਾਊ, ਕੁਛ ਨਹੀਂ, ਸਿਰਫ ਇਹ ਗੱਲ ਕਹੀ ਦੈਨ ਪੀਪਲ ਵਿਲ ਰਿਮੈਂਬਰ ਅਸ। ਉਹਨਾਂ ਨੂੰ ਇਹ ਵੀ ਪਤਾ ਸੀ ਵੀ ਇਹਨਾਂ ਨੇ ਮੇਰੀ ਸੋਚ ਵਿਚਾਰ ਨੂੰ ਪਿੱਛੇ ਰੱਖ ਦੇਣਾ ਆ, ਦਫਨਾ ਦੇਣਾ ਆ। ਅਤੇ ਮੈਨੂੰ ਯਾਦ ਆ, ਇੱਥੇ ਇੱਕ ਬੜਾ ਖਾਸ ਬੰਦਾ ਸੀਗਾ, ਅਤੇ ਮੈਂ ਇੱਦਾਂ ਗੱਲ ਕਰਨ ਲੱਗਾ ਅਤੇ ਉਹਨੇ ਮੈਨੂੰ ਇੱਕਦਮ ਰੋਕਿਆ, ਕਹਿੰਦਾ ਲੈਟ ਹਿਮ ਸਲੀਪ ਨਾਓ। ਉਹਦਾ ਮਤਲਬ ਵੀ ਉਹਦੀ ਨਾ ਗੱਲ ਕਰੋ ਹੁਣ, ਛੱਡੋ ਤੁਸੀਂ। ਹਾਂਜੀ, ਅਤੇ ਹੁਣ ਜਦੋਂ ਮੈਂ ਉੱਥੇ ਦਿੱਲੀ ਦੇ ਅੰਦੋਲਨ 'ਚ ਦੇਖਦਾ, ਸਟੇਜਾਂ ਲੱਗੀਆਂ ਹੋਈਆਂ, ਉੱਥੇ ਭਗਤ ਸਿੰਘ ਦੀਆਂ ਗੱਲਾਂ ਹੁੰਦੀਆਂ, ਅਤੇ ਮੈਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਪਤਾ ਸੀਗਾ ਵੀ ਇਹ ਟਾਈਮ ਆਉਣੇ ਆ। ਹਾਂਜੀ, 100ਵੇਂ ਜਨਮ ਦਿਨ 'ਤੇ ਕਿੰਨੀਆਂ ਫਿਲਮਾਂ ਬਣੀਆਂ ਉਦੋਂ। ਕਿੰਨੀਆਂ ਭਗਤ ਸਿੰਘ ਦੇ ਵੱਖਰੀਆਂ ਪੰਜਾਬੀ। ਅੱਛਾ, ਹੋਰ ਵੇਖੋ ਕਿ ਸਾਡੇ ਹਿੰਦੁਸਤਾਨ ਤੋਂ ਬਾਹਰ ਅੱਜ ਕੱਲ੍ਹ ਤਾਂ ਮੈਂ ਸੁਣਿਆ ਕਿ ਜਿਹੜੇ ਆ ਸਾਊਥ ਅਮਰੀਕਾ ਵਾਲੇ ਕੰਟਰੀ ਨੇ ਨਾ, ਕਿਊਬਾ, ਕੋਸਟਾਰੀਕਾ, ਹੋਰ ਇਕਵਾਡੋਰ ਦੇ ਕੰਟਰੀ ਹੈ, ਉੱਥੇ ਸਰਦਾਰ ਭਗਤ ਸਿੰਘ ਹੋਰਾਂ ਦੀ ਗੱਲ ਚੱਲ ਰਹੀ ਹੈ। ਮੈਂ ਜਾਣਾ ਸਾਊਥ ਅਮਰੀਕਾ, ਮੈਨੂੰ ਕਈ ਵਾਰੀ ਪੁੱਛਦੇ ਆ ਟੇਪੀ ਵੇਰ ਯੂ ਫਰੋਮ ਇੰਡੀਆ। ਅੱਛਾ, ਯੂ ਨੋ ਦੇਰ ਇਜ਼ ਵਨ ਗਾਈ ਵਿਦ ਦ ਹੈਟ, ਯੂ ਨੋ ਹਿਮ। ਮੈਨੂੰ ਪੁੱਛਿਆ। ਹਾਂ, ਮੈਂ ਕਿਊਬਾ ਗਿਆ, ਉੱਥੇ ਦੇ ਲੋਕੀ ਬਹੁਤ ਜਾਣਦੇ ਆ। ਸਾਊਥ ਅਫਰੀਕਾ ਵਿੱਚ ਅੱਛਾ, ਫਿਰ ਗੱਲ ਇਹ ਆ ਵੀ ਉਹਨਾਂ 'ਚ ਨਫ਼ਰਤ ਹੈ ਨਹੀਂ ਸੀ ਕੋਈ ਵੀ, ਬਹੁਤ ਵੱਡੇ ਬੰਦੇ ਸੀ। ਨਫ਼ਰਤ ਉਹਨਾਂ ਨੂੰ ਜਦੋਂ ਉਹ ਕਈ ਵਾਰੀ ਘਰ ਆਉਂਦੇ ਸੀ ਨਾ, ਜਦੋਂ ਅੰਡਰਗਰਾਊਂਡ ਹੋਏ ਸੀਗੇ, ਜਾਂ ਜਦੋਂ ਲਹਿਰ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਸੀਗੇ, ਅਤੇ ਉਹਨਾਂ ਨੇ ਘਰ ਛੱਡ ਦਿੱਤਾ ਸੀ ਆਲਮੋਸਟ। 1-2 ਵਾਰੀ ਆਏ, ਅਤੇ ਕੁਲਤਾਰ ਨਾਲ ਬਹੁਤ ਉਹਨਾਂ ਦਾ ਸੀਗਾ। ਮੈਂ ਸੁਣਿਆ ਸਰਦਾਰ ਕੁਲਤਾਰ ਸਿੰਘ ਇਹਨਾਂ ਦੇ ਮੋਢਿਆਂ ਤੇ ਚੜ੍ਹਦੇ ਰਹੇ ਸੀ। ਮੋਢਿਆਂ ਤੇ ਚੜ੍ਹਦੇ ਰਹੇ ਉਹ, ਮੋਢਿਆਂ ਤੇ ਚੜ੍ਹਦੇ ਉਹ ਕਹਿੰਦੇ ਉਹਨਾਂ ਨੂੰ ਸੀਰੀਅਸ ਹੋ ਗਏ। ਪਹਿਲਾਂ ਤਾਂ ਸਰਦਾਰ ਕੁਲਤਾਰ ਸੋਹਣੀ ਨਾ ਇੱਦਾਂ ਅੱਖਾਂ 'ਚ ਐਵੇਂ ਜਿਹਾ ਕਰਨ ਲੱਗ ਪਏ, ਅਤੇ ਇਹ ਗੁੱਸੇ 'ਚ ਨਾ ਹੋਵੇ, ਹੱਸੀ ਜਾਣ। ਅਤੇ ਕਹਿੰਦੇ ਵੀਰਾ ਜੀ, ਉੱਧਰ ਬਾਹਰ 'ਚ ਵੀਰਾ ਜੀ ਇੱਕ ਦੂਜੇ ਨੂੰ ਕਹਿੰਦੇ ਵੀਰਾ ਜੀ, ਤੁਸੀਂ ਕਦੇ ਕਿਸੇ ਨਾਲ ਨਫ਼ਰਤ ਵੀ ਕੀਤੀ ਆ? ਉਹ ਕਹਿੰਦੇ ਹਾਂ ਮੈਂ ਕਰਦਾ, ਮੈਂ ਵੀ ਨਫ਼ਰਤ ਕਰਦਾ, ਮੈਂ ਵੀ ਆਮ ਬੰਦਿਆਂ ਵਾਂਗੂ ਹਾਂ। ਅਤੇ ਉਹ ਕਹਿੰਦੇ ਉਹਨਾਂ ਨੂੰ ਐਕਸਾਈਟ ਹੋ ਗਈ, ਪਾਪਾ ਜੀ ਨੂੰ ਕਹਿੰਦੇ ਵੀ ਦੱਸੋ ਕਿਹਨੂੰ ਕਰਦੇ ਹੈ ਜੀ? ਅਤੇ ਉਹ ਕਹਿੰਦੇ ਮੈਂ ਨਫ਼ਰਤ ਨਾਲ ਨਫ਼ਰਤ ਕਰਦਾ। ਨਫ਼ਰਤ ਕਰਨੀ ਹੀ ਨਹੀਂ ਕਿਸੇ ਨੇ। ਕਿੰਨਾ ਵੱਡਾ ਦਿਲ ਸੀ। ਨਫ਼ਰਤ ਕਰਦਾ, ਬਲਕਿ ਜਿਹਨਾਂ ਨੇ ਫਾਂਸੀ ਲਾਉਣਾ ਸੀ ਉਹਨਾਂ ਦੀਆਂ ਫੈਮਲੀਆਂ ਨੇ
ਆ ਕੇ ਉਹਨਾਂ ਦੇ ਬੱਚਿਆਂ ਨੇ, ਉਹਨਾਂ ਦੀਆਂ ਵਾਈਫਸ ਨੇ ਆ ਕੇ ਜੇਲ੍ਹ 'ਚ ਮਿਲਣਾ ਗੋਰਿਆਂ ਨੇ, ਅੰਗਰੇਜ਼ਾਂ ਨੇ। ਜੀ। ਅਤੇ ਉਹ ਕਹਿੰਦੇ ਹੁੰਦੇ ਸੀਗੇ ਬਈ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਆਈ ਡੋਂਟ ਹੇਟ ਯੂ, ਇਹ ਗੱਲ ਤਾਂ ਨਾ, ਆਈ ਹੇਟ ਦੀ ਸਿਸਟਮ। ਦੇਖੋ ਕਿੱਡੀ ਵੱਡੀ ਗੱਲ। ਇਹ ਗੱਲ ਭਗਵਤੀ ਚਰਨ ਵੋਹਰਾ ਦੀ ਜਿਹੜੀ ਪਤਨੀ ਸੀ ਨਾ, ਹਾਂਜੀ, ਬੀਬੀ ਦੁਰਗਾ ਭਾਬੀ, ਦੁਰਗਾ ਭਾਬੀ, ਉਹਨਾਂ ਨੇ ਕਹੀ ਸੀ ਵੀ ਮੈਂ ਐਡਾ ਵੱਡਾ ਬੰਦਾ, ਐਡੇ ਖੁੱਲੇ ਦਿਮਾਗ ਦਾ ਬੰਦਾ, ਮਤਲਬ ਦੇਖੇ ਉਹਨਾਂ ਦੀ ਜਿਹੜੀ ਜੀਵਨੀ ਜੇ ਪੜ੍ਹੀਏ ਆਪਾਂ। ਰਾਈਟ। ਔਰ ਉਹ ਦੇਖੋ ਇੱਕ ਹੋਰ ਉਹਨਾਂ ਦੀ ਵੱਡੀ ਸਿਫਤ ਇਹ ਵੀ ਉਹਨਾਂ ਨੇ ਜਿਹੜੀਆਂ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ, ਜਿੰਨੀਆਂ ਵੀ ਕੋਈ ਗੱਲਾਂ ਹੋਈਆਂ, ਉਹਨਾਂ ਦੇ ਵਿੱਚ ਕੋਈ ਥੋੜ੍ਹਾ ਜਿਹਾ ਸੈਲਫ ਦਾ ਕੋਈ ਇੰਟਰਸਟ ਤੁਹਾਡੇ ਆਪਣੇ ਦਾ ਕੋਈ ਮਤਲਬ ਹੋ ਸਕਦਾ ਹੋਵੇ, ਪਰ ਸਰਦਾਰ ਭਗਤ ਸਿੰਘ ਨੇ ਐਸੀ ਇੱਕ ਇਹ ਸ਼ਹਾਦਤ ਦਾ ਬੂਟਾ ਲਾਇਆ, ਰਵਾਇਤ ਪਾਈ, ਇਹ ਰਵਾਇਤ ਪਾਈ ਵੀ ਜਿਹਦੇ ਵਿੱਚ ਕੋਈ ਵੀ ਮਤਲਬ ਹੈ ਹੀ ਨਹੀਂ। ਸਭ ਤੋਂ ਵੱਡਾ ਮਤਲਬ ਤਾਂ ਇਹ ਹੁੰਦਾ ਨਾ ਵੀ ਬੰਦਾ ਮੈਂ ਹੁਣ ਚੱਲਿਆ ਤੇ ਪਰਮਾਤਮਾ ਮੈਨੂੰ ਆਪਣੇ ਚਰਨਾਂ 'ਚ ਨਿਵਾਸ ਦੇ। ਉਹਨਾਂ ਨੇ ਤੇ ਇਸ ਗੱਲ ਦੀ ਵੀ ਕੋਈ ਤਮੰਨਾ ਨਹੀਂ ਕੀਤੀ। ਆਪਾਂ ਨਾ ਢਿੱਲੋਂ ਸਾਹਿਬ, ਉਹਨਾਂ ਦੀਆਂ ਬਹੁਤ ਸਾਰੀਆਂ ਪਿਆਰੀਆਂ ਮਿੱਠੀਆਂ ਯਾਦਾਂ ਜਿਹੜੀਆਂ ਸਮਾਜ ਨੂੰ ਮਾਰਗਦਰਸ਼ਨ ਦੇਣਗੀਆਂ। ਬਿਲਕੁਲ, ਕਿਉਂਕਿ ਬਹੁਤ ਸਾਰੇ ਸੁਕੜੇ ਮਨਾਂ ਦੇ ਲੋਕ ਪਏ ਆ ਸਮਾਜ 'ਚ। ਹਾਂ ਬਿਲਕੁਲ। ਗੁਰੂ ਨਾਨਕ ਪਾਤਸ਼ਾਹ ਦੀ ਫਿਲਾਸਫੀ ਨੂੰ ਵੀ ਉਹ ਆਪਦੇ ਜਿੱਡਾ ਹੀ ਕਰ ਲੈਂਦੇ ਆ। ਬਿਲਕੁਲ ਉਹ ਕਹਿੰਦੇ ਵੀ ਐਡਾ ਕੀ ਹੋਣਾ ਬਾਬਾ ਵੀ। ਹਾਂ। ਤਾਂ ਅਸੀਂ ਨਾ ਆਪਣੇ ਕੋਲੇ ਸਮਾਂ, ਮੇਰੇ ਖਿਆਲ 'ਚ ਨਾ ਤੁਸੀਂ ਫਿਰ ਕਿਸੇ ਦਿਨ ਕੋਸ਼ਿਸ਼ ਕਰਿਓ, ਘੰਟਾ ਕੁ ਆਪਾਂ ਹੋਰ ਕੱਢਾਂਗੇ। ਸ਼ੂਰ। ਔਰ ਦਸਾਂਝ ਸਾਹਿਬ ਜਿਹੜਾ ਨਾ ਜੇਲ੍ਹ ਦੇ ਵਿੱਚ ਮਾਤਾ ਕਿਉਂ ਨਹੀਂ, ਉਹਨਾਂ ਨੇ ਮਾਤਾ ਨੂੰ ਕਹਿੰਦੇ ਸੀ ਵੀ ਜਦੋਂ ਡੈੱਡ ਬੋਡੀ ਆਈ ਨਾ ਤੁਸੀਂ ਨਹੀਂ ਆਉਣਾ। ਹੋਰ ਬੜੀਆਂ ਪਿਆਰੀਆਂ 114 ਦਿਨਾਂ ਦੀ ਭੁੱਖ ਹੜਤਾਲ ਰੱਖੀ ਉਹਨਾਂ ਨੇ। ਮਾਂ ਨੂੰ ਕਹਿਤਾ ਮੇਰੀ ਲਾਸ਼। ਔਰ ਆਇਰਿਸ਼ ਮੂਵਮੈਂਟ ਬਾਰੇ ਉਦੋਂ ਮਤਲਬ ਸਭ ਤੋਂ ਵੱਧ ਜਿਹੜੀ ਜਾਣਕਾਰੀ ਸੀ ਸਰਦਾਰ ਭਗਤ ਸਿੰਘ ਹੋਰਾਂ ਨੂੰ ਸੀ। ਤੇ ਆਪਾਂ ਉਹ ਸਾਰਾ ਐਪੀਸੋਡ ਹੈ ਨਾ ਜੀ ਦੁਬਾਰਾ ਹਾਂਜੀ ਸ਼ੂਰ, ਫਿਰ ਆਪਾਂ ਕਰਾਂਗੇ। ਤੁਹਾਡਾ ਇਸ ਪ੍ਰੋਗਰਾਮ ਤੇ ਆਸ਼ੀਰਵਾਦ ਬਣਿਆ ਰਹੂਗਾ। ਨਹੀਂ ਮੇਰਾ ਸਾਥ ਹੈ ਜੀ ਤੁਹਾਡੇ ਨਾਲ। ਸਾਨੂੰ ਤਾਂ ਮੈਂ ਵਿੱਚ ਬੋਲਣਾ ਵੀ ਨਹੀਂ ਚਾਹੁੰਦਾ ਹੀ ਨਹੀਂ ਸੀ। ਤੁਹਾਡੀਆਂ ਗੱਲਾਂ ਸੁਣ ਕੇ ਇੰਨਾ ਕੁਝ ਪਤਾ ਲੱਗਿਆ ਤੇ ਫਿਰ ਕੁਝ ਹੋਰ ਗੱਲਾਂ ਬਾਤਾਂ ਆਪਾਂ ਅਗਲੇ। ਮੈਨੂੰ ਥੋੜਾ ਜਿਹਾ ਯਾਦ ਕਰਾਉਂਦੇ ਰਹੋ। ਹੁਣ ਮੈਂ ਸ਼ਾਇਦ ਉਮਰ ਜ਼ਿਆਦਾ ਹੋ ਰਹੀ ਆ, ਕਈ ਵਾਰੀ ਜੇ ਨਿਕਲ ਜਾਂਦੀ ਗੱਲ, ਕਈ ਵਾਰੀ ਭੁੱਲ ਜਾਂਦੀ ਆ। ਅਸੀਂ ਕਰਦੇ ਹੁੰਦੇ ਗੱਲ ਵੀ ਕਹਿਤੇ ਪਨੀਤ ਸੁਣਤੇ ਪਵਿੱਤ ਹੋ ਜਾਣਗੇ। ਰਾਈਟ। ਅੱਛਾ, ਮੈਂ ਇੱਕ ਹੋਰ ਗੱਲ ਜਿਹੜੀ ਤੁਸੀਂ ਪਹਿਲਾਂ ਕਰ ਰਹੇ ਸੀ ਨਾ, ਇਹ ਵਾਤਾਵਰਨ ਤੇ, ਉਹ ਮੈਨੂੰ ਯਾਦ ਆ ਵੀ ਪਿਛਲੀ ਫਾਲ ਟਾਈਮ ਤੋਂ ਪਹਿਲਾਂ ਇੱਥੇ ਤੁਸੀਂ ਜਾਣਦੇ ਹੋਣੇ ਸਾਰੇ ਜਰਨਲਿਸਟ ਇੱਕ ਹੈਗੇ ਆ ਇੰਡੀਆ ਦੇ, ਆਮ ਆਦਮੀ ਪਾਰਟੀ ਦੇ MLA ਵੀ ਆ, ਆਪਣਾ ਕੰਵਰ ਸੰਧੂ। ਉਹ ਆਏ ਹੋਏ ਸੀਗੇ ਕਿਸੇ ਦੇ ਘਰ ਰੋਟੀ ਤੇ ਸ਼ਾਮ ਨੂੰ ਸੱਦਿਆ ਤੇ ਮੈਨੂੰ ਵੀ ਸੱਦਿਆ ਸੀਗਾ। ਤੇ ਉਹ ਬਾਹਰ ਉਹਨਾਂ ਦੇ ਡੈਕ ਦੇ ਪਿਛਲੇ ਪਾਸੇ ਕ੍ਰੀਕ ਜਿਹੀ ਸੀ, ਉੱਥੇ ਖੜੇ। ਬਹੁਤ ਵਧੀਆ ਬੰਦੇ ਜੀ। ਹਾਂ, ਬਹੁਤ ਵਧੀਆ ਬੰਦੇ। ਤੇ ਉੱਥੇ ਖੜੇ, ਉਹਨਾਂ ਬੇਟੇ ਡੈਥ ਹੋ ਗਈ ਸੀ ਉਦੋਂ। ਹਾਂਜੀ ਹਾਂ ਖੈਰ। ਤੇ ਉਹ ਮੈਂ ਉਹਨਾਂ ਦੀ ਗੱਲ ਇਹ ਦੱਸਣ ਲੱਗਾ ਵੀ ਉਹ ਖੜੇ ਤੇ ਮੈਂ ਵੀ ਲਾਗੇ ਖੜਾ। ਤੇ ਮੈਂ ਕਿਹਾ ਕੀ ਦੇਖਦੇ ਹੋ ਕੰਵਰ ਜੀ? ਤੇ ਉਹ ਕਹਿੰਦੇ ਮੈਂ ਢਿੱਲੋਂ ਸਾਹਿਬ ਇਹ ਦੇਖ ਰਿਹਾ ਵੀ ਦੇਖੋ ਇੱਥੇ ਕਿੰਨਾ ਸੋਹਣੀ ਹੈ ਬਨਸਪਤੀ ਆ, ਕਿੰਨਾ ਵਧੀਆ ਪਾਣੀ ਜਿਹਾ ਹੋਇਆ। ਮੈਂ ਕਿਹਾ ਇਹ ਗੋਰੇ ਜਿਹੜੇ ਨਾ ਅਸਲੀ, ਅਸੀਂ ਤਾਂ ਕਹਿੰਦੇ ਬਾਬਾ ਸਾਡਾ ਆ, ਇਹ ਅਸਲੀ ਗੋਰੇ ਬਾਬੇ ਦੇ ਭਗਤ ਅਸਲੀ ਇਹ ਆ। ਉਹ ਕਹਿੰਦਾ ਉਹ ਕਿੱਦਾਂ? ਮੈਂ ਕਿਹਾ ਬਾਬੇ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਤੇ ਅਸੀਂ ਇਹ ਕਹਿ ਕੇ ਤੇ ਭੁੱਲ ਜਾਂਦੇ ਹਾਂ। ਅਸੀਂ ਬਿਲਕੁਲ ਉਦੋਂ ਉਲਟ ਗੱਲਾਂ ਕਰਦੇ ਆ। ਇਹਨਾਂ ਨੇ ਉਹ ਵਾਤਾਵਰਨ ਪੂਰਾ ਸਾਫ਼ ਰੱਖਿਆ, ਸਾਰਾ ਕੁਝ ਗੰਦਲਾ ਕਰਤਾ। ਗੰਦਲਾ ਕਰਤਾ, ਬਹੁਤ ਗੰਦਲਾ ਕਰਤਾ। ਜਾ ਕੇ ਜਿੱਥੇ ਜਿਸ ਜਗ੍ਹਾ ਜਾ ਕੇ ਅਸੀਂ ਪਾਣੀ ਹੀ ਨਹੀਂ ਪੀ ਸਕਦੇ। ਹਾਂ ਬਿਲਕੁਲ। ਇੱਥੇ ਕਿੰਨੀ ਸਫਾਈ ਆ, ਸਾਰਾ ਕੁਛ ਆ। ਸਿਸਟਮ ਦੀ ਗੱਲ ਹੈ। 10 ਸਾਲਾਂ ਤੱਕ ਪੀਣ ਵਾਲਾ ਪਾਣੀ ਨਹੀਂ ਮਿਲਣਾ ਆਪਣੇ ਤਾਂ ਬਹੁਤ ਸਾਰੇ ਕੰਟਰੀਆਂ ਵਾਂਗੂ। ਆਪਣੇ ਇੰਡੀਆ 'ਚ ਤਾਂ 21 ਸ਼ਹਿਰ ਤਾਂ ਇਹ UN ਦੀ ਰਿਪੋਰਟ ਹੀ ਹੈ ਨਾ ਜੀ। ਹਾਂਜੀ ਹਾਂ, ਦੇਖੋ ਜੀ ਜਿਹੜੀ ਪਾਣੀ ਆ ਨਾ ਉਹ ਬੜਾ ਸਵੱਛ ਆ, ਬੜਾ ਨਿਰਮਲ ਆ, ਬੜਾ ਠੰਡ ਪਾਉਂਦਾ ਆ। ਪਰ ਜਿਹੜੀ ਗੰਦਗੀ ਆ ਨਾ ਉਹ ਬੜੀ ਸ਼ੈਤਾਨ ਹੁੰਦੀ ਆ। ਗੰਦਗੀ ਇੰਨੀ ਸ਼ੈਤਾਨ ਹੁੰਦੀ ਆ ਵੀ ਉਹਨੂੰ ਇਹ ਪਤਾ ਲੱਗ ਜਾਂਦਾ ਵੀ ਪਾਣੀ ਧੋ ਦਿੰਦਾ ਆ ਗੰਦਗੀ ਨੂੰ, ਤੇ ਉਹ ਕਈ ਵਾਰੀ ਪਾਣੀ ਉਹਦੇ ਵਿੱਚ ਜਾ ਰਲਦਾ। ਜਦੋਂ ਉਹ ਚਿੱਕੜ ਉਹਦੇ ਵਿੱਚ ਜਾ ਰਲਦਾ, ਗੰਦਗੀ ਉਹਦੇ ਵਿੱਚ ਜਾ ਰਲਦੀ, ਉਹ ਚਿੱਕੜ ਬਣ ਜਾਂਦਾ। ਜਦੋਂ ਚਿੱਕੜ ਬਣ ਜਾਂਦਾ ਉਹਦੇ ਚੋਂ ਫਿਰ ਚਿੱਕੜ ਕੱਢਣਾ ਬਹੁਤ ਮੁਸ਼ਕਿਲ। ਵਿਚਾਰਾਂ ਦੀ ਗੰਦਗੀ ਤੇ ਵੀ ਆਪਾਂ ਗੱਲ ਕਰਾਂਗੇ। ਹਾਂ, ਵਿਚਾਰਾਂ ਦਾ ਪੋਲਿਊਸ਼ਨ ਹੈ ਨਾ ਜੀ, ਉਸ ਤੇ ਪੋਲਿਊਸ਼ਨ ਤੋਂ ਵੀ ਮਾੜਾ। ਉਹ ਤੇ ਬਹੁਤ ਵੱਡਾ ਪੋਲਿਊਸ਼ਨ। ਇੱਕ ਬੰਦਾ ਚਿੱਕੜ ਨਾਲ ਲਿਬੜਿਆ ਹੋਵੇ ਕਿੰਨੇ ਬੰਦਿਆਂ ਨੂੰ ਲਵੇੜ ਦਿੰਦਾ। ਤੇ ਤੁਹਾਡਾ ਢਿੱਲੋਂ ਸਾਹਿਬ ਇੱਥੇ ਆਏ ਹੋ ਸਪੈਸ਼ਲ, ਠੰਡ ਦਾ ਸਮਾਂ ਸੀ ਪਰ ਤੁਸੀਂ ਸਾਡੀ ਬੇਨਤੀ ਕਬੂਲ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ।